ਮਿਸ਼ਟੰ ਨਚ ਮਿਸ਼ਟੰ ਸੁਖ ਮਾਇਆ। ਪਾਵਨ ਸ਼ਲੋਕ 11ਵੀਂ ਪੌੜੀ ਦੇ ਨਾਲ ਸੰਬੰਧਿਤ ਜੈਤ ਸਰੀ ਰਾਗਣੀ ਦੀ ਵਾਰ। ਇਹ 11ਵੀਂ ਵਾਰ ਹੈ। 22 ਵਾਰਾਂ ਹਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ। ਗੁਰੂ ਜੀ ਦੇ ਮੁਖਾਰਬਿਆਂ ਚੋਂ ਉਚਾਰਨ ਕੀਤੀਆਂ ਗਈਆਂ ਬੇਤਾਤ ਬੋਲੀਆਂ ਨੇ। ਸੱਚੇ ਸਤਿਗੁਰੂ ਜਿੱਥੇ ਵੀ ਜਾਇਆ ਕਰਦੇ ਜਾਂ ਜਿਸ ਤਰ੍ਹਾਂ ਦਾ ਭਾਸ਼ਾ ਬੋਲੀ ਨੂੰ ਸਮਝਣ ਵਾਲਾ ਗੁਰਸਿੱਖ ਸ਼ਰਧਾ ਭਾਵਨਾ ਦੇ ਨਾਲ ਆਉਂਦਾ, ਸੱਚੇ ਸਤਿਗੁਰੂ ਉਸੇ ਦੇ ਸ਼ਬਦਾਂ ਦੇ ਵਿੱਚ ਭਾਵ ਉਸ ਦੀ ਬੋਲੀ ਦੇ ਵਿੱਚ ਧੰਨ ਗੁਰਬਾਣੀ ਦਾ ਗਿਆਨ ਵੰਡਿਆ ਕਰਦੇ। ਦਾਸ ਦਾ ਕਹਿਣ ਤੋਂ ਭਾਵ ਹੈ ਨਾਚ ਨਾਚ ਨਾਚ। ਇਹ ਮਰਾਠੀ ਬੋਲੀ ਦਾ ਸ਼ਬਦ ਹੈ ਤੇ ਇਸ ਦਾ ਅਰਥ ਹੈ ਨਹੀਂ ਹੋ ਸਕਦਾ, ਨਹੀਂ ਹੋਵੇਗਾ, ਨਹੀਂ ਹੈਗਾ। ਗੁਰੂ ਜੀ ਇੱਥੇ ਦੱਸਦੇ ਨੇ ਨਾਚ ਨਹੀਂ ਹੈਗਾ। ਰਾਜ ਸੁਖ ਮਿਸ਼ਟੰ, ਮਿਸ਼ਟੰ ਦਾ ਅਰਥ ਹੈ ਮਿਠਾਸ ਵਾਲਾ ਸੁਖ। ਜਿਹੜਾ ਰਾਜ ਦਾ ਸੁਖ ਹੈ ਇਹ ਵੀ ਮਿਠਾਸ ਵਾਲਾ ਨਹੀਂ ਹੋ ਸਕਦਾ। ਨਚ ਭੋਗ ਰਸ ਮਿਸ਼ਟੰ, ਤੇ ਨਹੀਂ ਹੋ ਸਕਦੇ ਜਿਹੜੇ ਅਸੀਂ ਭੋਗ ਭੋਗਦੇ ਹਾਂ ਉਹਨਾਂ ਦੇ ਰਸ ਨੇ ਜਿਹੜੇ ਉਹ ਵੀ ਮਿਠਾਸ ਵਾਲੇ ਨਹੀਂ ਹੋ ਸਕਦੇ। ਨਚ ਮਿਸ਼ਟੰ ਸੁਖ ਮਾਇਆ, ਤੇ ਮਾਇਆ ਦਾ ਜਿਹੜਾ ਸੁਖ ਹੈ ਨਾ ਇਹ ਵੀ ਮਿਠਾਸ ਵਾਲਾ ਨਹੀਂ ਹੋ ਸਕਦਾ। ਹੁਣ ਰਾਜ ਵਾਲਾ ਸੁਖ ਹੀ ਜਿਹੜਾ ਇਹ ਮਿਠਾਸ ਵਾਲਾ ਕਿਉਂ ਨਹੀਂ ਹੋ ਸਕਦਾ? ਪਾਵਨ ਸ਼ਬਦ ਦੀਆਂ ਵਿਚਾਰਾਂ ਪ੍ਰਾਰੰਭ ਕਰਨ ਤੋਂ ਪਹਿਲਾਂ ਇੱਕ ਨਿੱਕਾ ਜਿਹਾ ਸ਼ੇਦ ਸਾਖੀ ਦਾ ਸਿਧਾਂਤ ਤੇ ਉਹਨੂੰ ਆਪਾਂ ਥੋੜਾ ਸਮਝ ਲਈਏ, ਫਿਰ ਇਸ ਪਾਵਨ ਸ਼ਬਦ ਦੀ ਬੜੀ ਗੁਰੂ ਦੀ ਕਿਰਪਾ ਰਹਿਮਤ ਹੋਏਗੀ, ਸਮਝ ਆ ਜਾਵੇਗੀ। ਸ਼ੇਖ ਸਾਜਦੀ ਦੇ ਪਾਸ ਕੋਈ ਗੁਰਮੁਖ ਪਿਆਰਾ ਆਇਆ। ਇਹ ਲਿਖੀ ਹੋਈ ਜਿਹੜੀ ਕਿਤਾਬ ਹੈ ਇਹਦਾ ਨਾਂ ਹੈ ਗੁਲਸਤਾਨ ਬੋਲਸਤਾਨ। ਇਸ ਪੋਥੀ ਦਾ ਨਾਮ ਆਪਾਂ ਪੋਥੀ ਆਖ ਦਿੰਦੇ ਹਾਂ, ਪੋਥੀ ਸਾਹਿਬ ਆਖਦੇ, ਉਹ ਕਿਤਾਬ ਆਖਦੇ ਨੇ। ਇਸ ਪੋਥੀ ਦਾ ਨਾਮ ਬੋਲਸਤਾਨ ਗੁਲਸਤਾਨ, ਉਹਦੇ ਚੋਂ ਦਾਸ ਨੇ ਪੜ੍ਹੀ ਸੀ। ਸ਼ੇਖ ਸਾਦੀ ਇੱਕ ਬੜਾ ਵੱਡਾ ਫਕੀਰ ਹੋਇਆ ਇਰਾਕ ਦੀ ਧਰਤੀ ਤੇ। ਇਹਨੇ ਆਪਣੀ ਇਸ ਪੋਥੀ ਦੇ ਵਿੱਚ ਪੁਸਤਕ ਕਿਤਾਬ ਦੇ ਵਿੱਚ ਲਿਖਿਆ ਵੀ ਉਸ ਦੇ ਪਾਸ ਨਾ ਇੱਕ ਧਾਰਮਿਕ ਜੀਵਨ ਜਿਉਣ ਵਾਲਾ ਗੁਰਮੁਖ ਪਿਆਰਾ ਆਇਆ, ਜਿਹੜਾ ਕੁਰਾਨ ਸ਼ਰੀਫ ਦੀਆਂ ਆਇਤਾਂ ਜਿਹੜੀਆਂ ਨੇ ਉਹਨਾਂ ਦੇ ਅਰਥ ਕਰਕੇ ਲੋਕਾਂ ਨੂੰ ਸੁਣਾਇਆ ਕਰਦਾ ਸੀ, ਜਾਂ ਇਸ ਤਰ੍ਹਾਂ ਕਹਿ ਲੋ ਕਥਾ ਵਾਰਤਾ ਕਰਿਆ ਕਰਦਾ ਸੀ। ਤੇ ਇਸ ਦੇ ਪਾਸ ਜਦੋਂ ਆਇਆ ਬੜਾ ਦੁਖੀ ਹੋ ਕੇ ਆਇਆ ਤੇ ਆਣ ਕੇ ਆਪਣਾ ਦੁੱਖ ਦੱਸਿਆ। ਕਹਿੰਦਾ ਮੈਂ ਲੋਕਾਂ ਨੂੰ ਸਮਝਾਉਣ ਦਾ ਯਤਨ ਕਰਦਾ ਵੀ ਉਹ ਸੱਚ ਦੇ ਮਾਰਗ ਤੇ ਤੁਰਨ, ਸੱਚ ਦੇ ਮਾਰਗ ਦੇ ਧਾਰਨੀ ਹੋਣ, ਤੇ ਫਿਰ ਵੀ ਲੋਕੀ ਮੇਰਾ ਵਿਰੋਧ ਕਰਦੇ ਨੇ। ਮੈਂ ਕਿਸੇ ਨੂੰ ਮਾੜੇ ਰਸਤੇ ਨਹੀਂ ਲਾਉਂਦਾ। ਵੇਖੋ ਵਿਰੋਧ ਹੋਵੇ, ਜੇ ਆਪਾਂ ਕਿਸੇ ਨੂੰ ਪੁੱਠੀ ਮੱਤ ਦਈਏ ਵੀ ਤੂੰ ਆ ਮਾੜਾ ਕੰਮ ਇਹ ਕਰ ਲਾ, ਕਿਸੇ ਨੂੰ ਚੋਰੀ ਸਿਖਾਈਏ, ਕਿਸੇ ਨੂੰ ਝੂਠ ਬੋਲਣਾ ਸਿਖਾਈਏ, ਫਿਰ ਤਾਂ ਸਮਾਜ ਦਾ ਹੱਕ ਬਣਦਾ ਵਿਰੋਧ ਕਰਨ ਦਾ ਵੀ ਤੂੰ ਗਲਤ ਮੱਤ ਦਿੰਦਾ ਹੈ ਤੇ ਤੈਨੂੰ ਭਾਈ ਨਹੀਂ ਦੇਣੀ ਚਾਹੀਦੀ। ਕਹਿੰਦਾ ਮੈਂ ਚੰਗੇ ਪਾਸੇ ਲਾਣਾ ਫਿਰ ਵੀ ਲੋਕੀ ਮੇਰਾ ਵਿਰੋਧ ਕਰਦੇ ਨੇ। ਇਹ ਫਿਰ ਇੱਕ ਕਹਾਣੀ ਦੇ ਨਾਲ ਇਹਨੂੰ ਸਮਝਾਉਂਦਾ ਹੈ। ਕਹਿੰਦਾ ਇੱਕ ਕਿਸੇ ਵਿਦਵਾਨ ਕੋਲੇ, ਫਕੀਰ ਕੋਲੇ ਤੋਤਾ ਸੀ। ਉਸ ਤੋਤੇ ਨੂੰ ਉਹਨੇ ਸੁਭਾਅ ਪਾਇਆ ਸੀ ਸਵੇਰੇ ਉੱਠਣਾ, ਉੱਠ ਕੇ ਨਾ ਉਹਨੇ ਅੱਲਾ ਖੁਦਾ ਦਾ ਨਾਮ ਲੈਣਾ। ਇਸੇ ਤਰ੍ਹਾਂ ਜਦੋਂ ਨਮਾਜ਼ ਦਾ ਸਮਾਂ ਹੁੰਦਾ ਉਦੋਂ ਇਹਨੇ ਉਸ ਵਿਅਕਤੀ ਦੇ ਨਾਲ ਨਮਾਜ਼ ਨੂੰ ਸੁਣਨਾ। ਭਾਵ ਧਾਰਮਿਕ ਜੀਵਨ ਜਿਉਣ ਵਾਲਾ ਸੀ। ਇਸੇ ਤਰ੍ਹਾਂ ਕੋਈ ਕਾਫੀ ਸਮਾਂ ਜਿਹੜਾ ਹੈ ਉਹ ਬਤੀਤ ਗਿਆ ਤੇ ਤੋਤਾ ਜਿਹੜਾ ਉਹਨੂੰ ਇਹ ਸੁਭਾਅ ਬਣ ਗਿਆ, ਆਦਤ ਬਣ ਗਈ, ਉਹ ਇਸੇ ਤਰ੍ਹਾਂ ਹੀ ਕਰਨ ਲੱਗ ਗਿਆ, ਬੜਾ ਨੇਕ ਹੋ ਗਿਆ।
ਇਸੇ ਫਕੀਰ ਦੇ ਹੱਥ ਇਸੇ ਤਰ੍ਹਾਂ ਕੋਈ ਕਾਂ ਦਾ ਬੱਚਾ ਆ ਗਿਆ, ਇਹਨੇ ਉਹਨੂੰ ਵੀ ਉਸ ਪਿੰਜਰੇ 'ਚ ਪਾ ਲਿਆ। ਪਿੰਜਰਾ ਵੱਡਾ ਸੀ, ਇਹਨੇ ਆਖਿਆ ਚਲੋ ਦੋਵੇਂ ਇੱਕ ਥਾਂ ਤੇ ਰਹੀ ਜਾਣਗੇ। ਤੋਤੇ ਨੇ ਕਾਂ ਨੂੰ ਸ਼ਿਕਾਇਤ ਕੀਤੀ, ਕਹਿੰਦਾ ਮੈਂ ਤੇਰੇ ਤੋਂ ਬੜਾ ਦੁਖੀ ਹਾਂ। ਕਹਿੰਦਾ ਉਹ ਕਿਵੇਂ? ਕਹਿੰਦਾ ਤੇਰਾ ਰੰਗ ਕਾਲਾ ਏ, ਮੈਂ ਜਦੋਂ ਸਵੇਰੇ ਉੱਠਦਾ ਤੇ ਤੇਰਾ ਰੰਗ ਕਾਲਾ ਵੇਖ ਕੇ ਮੈਨੂੰ ਚਿਹ ਚੜ ਜਾਂਦੀ, ਮੈਨੂੰ ਗੁੱਸਾ ਚੜ ਜਾਂਦਾ ਹੈ। ਦੂਸਰਾ, ਮੈਂ ਨਵਾਜ਼ ਦੇ ਸਮੇਂ, ਪੰਜਾਂ ਨਵਾਜ਼ਾਂ ਦੇ ਸਮੇਂ ਝੁਕਦਾ ਪੜ੍ਹਦਾ ਤੇ ਤੈਨੂੰ ਕੋਈ ਸੁਰਤੀ ਨਹੀਂ, ਗਿਆਨ ਹੀ ਨਹੀਂ, ਤੂੰ ਮਾੜਾ ਹੈ, ਤੇਰੇ ਮਾੜੇ ਨਾਲ ਮੇਰੀ ਸੰਗਤ ਹੋ ਰਹੀ। ਆਪਾਂ ਗੱਲ ਨਾ ਵਧਾਈਏ, ਗੁਰਬਾਣੀ ਦੇ ਅਰਥ ਵੀ ਅੱਗੇ ਕਰਨੇ ਨੇ। ਸਮਾਂ ਆਪਣੀ ਚਾਲ ਦੇ ਨਾਲ ਚੱਲੀ ਜਾਂਦਾ ਹੈ। ਸੋ ਇਸ ਤਰ੍ਹਾਂ ਜਿਹੜਾ ਤੋਤਾ ਸੀ ਉਹਨੇ ਕਈ ਸ਼ਿਕਾਇਤਾਂ ਸਨ ਜਿਹੜੀਆਂ ਕਾਂ ਦੇ ਅੱਗੇ ਰੱਖੀਆਂ, ਤੇ ਕਾਂ ਕਹਿੰਦਾ ਮੈਂ ਵੀ ਤੇਰੇ ਤੋਂ ਦੁਖੀ ਹਾਂ। ਕਿਉਂ ਦੁਖੀ ਹਾਂ? ਕਹਿੰਦਾ ਮੇਰਾ ਸੌਣ ਦਾ ਸਮਾਂ ਹੁੰਦਾ ਹੈ, ਤੂੰ ਟ੍ਰੇਂ ਕਰਨ ਲੱਗ ਜਾਂਦਾ, ਤੈਨੂੰ ਸਮਝ ਸੋਝੀ ਕੋਈ ਹੈ ਨਹੀਂ ਗੀ। ਕਾਂ ਨੇ ਆਪਣੀਆਂ ਜਿਹੜੀਆਂ ਸ਼ਰਤਾਂ ਸਨ, ਆਪਣੀ ਜਿਹੜੇ ਦੁੱਖ ਸੀ, ਜਿਨ੍ਹਾਂ ਕਰਕੇ ਉਹ ਤੋਤੇ ਤੋਂ ਦੁਖੀ ਸੀ, ਉਹਨੇ ਤੋਤੇ ਨੂੰ ਉਹ ਕਹਿ ਦਿੱਤਾ। ਤੇ ਜਿਨ੍ਹਾਂ ਗੱਲਾਂ ਤੋਂ ਤੋਤਾ ਦੁਖੀ ਸੀ, ਤੋਤਾ ਸੀ ਕਹਿੰਦਾ ਮੈਂ ਚੂਰੀ ਖਾਣਾ, ਤੂੰ ਚੂਰੀ ਨਹੀਂ ਖਾ ਸਕਦਾ, ਕੁਝ ਹੋਰ ਗੰਦ ਫਿਰ ਖਾਣਾ ਹੈ। ਇਹ ਦੋਵੇਂ ਸਨ ਜਿਹੜੇ ਇੱਕ ਦੂਜੇ ਤੋਂ ਦੁਖੀ ਸਨ। ਤੇ ਹੁਣ ਰਹਿ ਗਏ ਇੱਧਰ ਆਪਾਂ ਸਮਾਜ ਦੇ ਵੱਲ। ਸਮਾਜ ਦੇ ਵਿੱਚ ਵੀ ਆਪਾਂ ਇੱਕ ਦੂਜੇ ਤੋਂ ਸਾਰੇ ਦੁਖੀ ਹਾਂ, ਸੁਖੀ ਕੋਈ ਨਹੀਂ। ਜਿਹੜੇ ਧਾਰਮਿਕ ਜੀਵਨ ਜਿਉਣ ਵਾਲੇ ਨੇ ਉਹ ਉਹਨਾਂ ਤੋਂ ਦੁਖੀ ਨੇ ਜਿਹੜੇ ਅਧਾਰਮਿਕ ਜੀਵਨ ਜਿਉਂਦੇ ਨੇ। ਬਸ ਕਾਂ ਤੇ ਤੋਤੇ ਵਾਲੀ ਗੱਲ ਏ। ਉਸੇ ਤਰ੍ਹਾਂ ਧੰਨ ਗੁਰੂ ਅਰਜਨ ਦੇਵ ਜੀ ਸੱਚੇ ਸਤਿਗੁਰੂ ਤੇ ਦੱਸ ਰਹੇ ਨੇ ਵੀ ਜਿਹੜਾ ਸੁੱਖ ਹੈ ਨਾ, ਉਹ ਸੁੱਖ ਉਸ ਪ੍ਰਭੂ ਪਰਮਾਤਮਾ ਦੀ ਭਜਨ ਬੰਦਗੀ ਸਿਮਰਨ ਦੇ ਵਿੱਚ ਤੇ ਇਕਾਂਤ ਦੇ ਵਿੱਚ। ਜੇ ਇਕਾਂਤ ਦੇ ਵਿੱਚ ਹੈ ਨਾ ਤੇ ਫਿਰ ਸੁੱਖ ਹੈ, ਜੇ ਇਕਾਂਤ ਦੇ ਵਿੱਚ ਨਹੀਂ ਹੈਗਾ ਤੇ ਫਿਰ ਸੁੱਖ ਨਹੀਂ। ਇਸੇ ਕਾਰਨ ਕਰਕੇ ਜਿਹੜੇ ਸਾਧੂ ਸੰਤ ਸਾਰਾ ਦੇਸ਼ ਨਗਰ ਛੱਡ ਕੇ ਜੰਗਲਾਂ 'ਚ ਜਾ ਵੱਸਦੇ ਸਨ, ਉਹਨਾਂ ਦਾ ਵਸਣ ਦਾ ਸ਼ਾਇਦ ਇਹੀ ਕਾਰਨ ਹੋਏਗਾ ਵੀ ਸਾਡੇ ਤੋਂ ਕੋਈ ਦੁਖੀ ਨਾ ਹੋਵੇ, ਸਾਡੇ ਤੋਂ ਕੋਈ ਦੁਖੀ ਨਾ ਹੋਵੇ। ਇਸ ਕਰਕੇ ਫਿਰ ਉਹ ਸਾਧੂ ਸੰਤ ਸਨ ਜਿਹੜੇ ਉਹ ਇਕਾਂਤ ਦੇ ਵਿੱਚ, ਕੋਈ ਗੁਫਾਵਾਂ ਦੇ ਵਿੱਚ ਜਾ ਲੁਕ ਜਾਂਦਾ ਵੀ ਲੋਕੀ ਸਾਡੇ ਤੋਂ ਦੁਖੀ ਨਾ ਹੋਣ, ਕੋਈ ਜੰਗਲਾਂ ਦੇ ਵਿੱਚ ਜਾ ਲੁਕਦਾ। ਹੁਣ ਇੱਥੇ ਧੰਨ ਗੁਰੂ ਜੀ ਇਹ ਕਹਿ ਰਹੇ ਨੇ ਵੀ ਰਾਜ ਜਿਹੜਾ ਨਚ ਨਹੀਂ ਹੈਗਾ, ਸੁੱਖ ਮਿਸ਼ਟੰ, ਰਾਜ ਵਾਲਾ ਜਿਹੜਾ ਸੁੱਖ ਹੈ ਨਾ, ਇਹਦੇ ਵਿੱਚ ਵੀ ਮਿਠਾਸ ਨਹੀਂ ਹੈਗੀ। ਤੇ ਹੁਣ ਜਿਹੜੇ ਰਾਜ ਵਾਲੇ ਨੇ ਉਹਨਾਂ ਨੂੰ ਤਾਂ ਭਾਈ ਫਿਰ ਇਹ ਗੱਲ ਕੌੜੀ ਲੱਗੇਗੀ ਨਾ ਵੀ ਸਾਨੂੰ, ਅਸੀਂ ਰਾਜੇ ਹਾਂ, ਅਸੀਂ ਤਾਂ ਰਾਜ ਵਿੱਚ ਸੁੱਖ ਪਾਉਂਦੇ ਹਾਂ, ਮਿਠਾਸ ਇਹਦੇ ਵਿੱਚ। ਤੇ ਗੁਰੂ ਜੀ ਕਹਿ ਰਹੇ ਨੇ ਸੁੱਖ ਨਹੀਂ। ਇਹ ਹੁਣ ਆਪਾਂ ਸਮਝਣਾ ਵੀ ਜਿਹੜਾ ਰਾਜ ਹੈ, ਰਾਜ ਦੇ ਵਿੱਚ ਸੁੱਖ ਹੈ ਜਿਹੜਾ, ਇਹਦੇ ਵਿੱਚ ਮਿਠਾਸ ਕਿਉਂ ਨਹੀਂ। ਇੱਥੇ ਗੁਰੂ ਜੀ ਇਹ ਦੱਸਦੇ ਨੇ ਵੀ ਜਿਹੜੀ ਮਿਠਾਸ ਹੈ ਉਹ ਨਾਮ ਦੇ ਵਿੱਚ ਹੈ। ਜਿਹੜੀ ਮਿਠਾਸ ਹੈ ਨਾ ਉਹ ਨਾਮ ਦੇ ਵਿੱਚ, ਤੇ ਰਾਜ ਦੇ ਵਿੱਚ ਉਲਝਣਾਂ ਇੰਨੀਆਂ ਹੋ ਜਾਂਦੀਆਂ ਨੇ, ਬੰਦੇ ਦੇ ਕੋਲੇ ਸਮੇਂ ਨਹੀਂ ਬਚਦਾ ਉਸ ਪ੍ਰਭੂ ਪਰਮਾਤਮਾ ਦੀ ਭਜਨ ਬੰਦਗੀ ਕਰਨ ਦਾ, ਸਿਮਰਨ ਕਰਨ ਦਾ। ਤਾਂ ਤੇ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਨਚ ਰਾਜ ਸੁਖ ਮਿਸ਼ਟੰ, ਜਿਹੜਾ ਰਾਜ ਦਾ ਸੁੱਖ ਹੈ ਨਾ, ਇਹਦੇ ਵਿੱਚ ਵੀ ਭਾਈ ਗੁਰਮੁਖੋ ਨਾਮ ਵਾਲੀ ਜਿਹੜੀ ਮਿਠਾਸ ਹੈ ਨਾ, ਇਹ ਨਹੀਂ ਹੈਗੀ। ਅੱਗੇ ਸੱਚੇ ਸਤਿਗੁਰ ਦੱਸਦੇ ਨੇ ਨਚ ਭੋਗ ਰਸ ਮਿਸ਼ਟੰ, ਤੇ ਜਿਹੜੇ ਸਰੀਰ ਕਰਕੇ ਅਸੀਂ ਸਵਾਦਲੇ ਭੋਗ ਭੋਗਦੇ ਹਾਂ ਉਹਨਾਂ ਦੇ ਵਿੱਚ ਵੀ ਮਿਠਾਸ ਨਹੀਂ ਹੈਗੀ, ਉਹ ਵੀ ਮਿੱਠੇ ਨਹੀਂ ਹੈਗੇ। ਨਚ ਮਿਸ਼ਟੰ ਸੁਖ ਮਾਇਆ, ਤੇ ਨਾ ਹੀ ਜਿਹੜਾ ਸੁੱਖ ਹੈ ਨਾ ਮਾਇਆ ਦਾ, ਇਹਦੇ ਵਿੱਚ ਨਾਮ ਵਾਲੀ ਮਿਠਾਸ ਹੈ। ਨਾਮ ਵਾਲੀ ਜਿਹੜੀ ਮਿਠਾਸ ਹੈ ਉਹ ਫਕੀਰੀ ਦੇ ਵਿੱਚ ਹੈ। ਜੇ ਮਨੁੱਖ ਫਕੀਰ ਹੋ ਗਿਆ ਨਾ, ਫਕੀਰੀ ਦੇ ਮਾਰਗ ਤੇ ਚੱਲ ਪਿਆ, ਅਤੀਤ ਹੋ ਗਿਆ, ਤੇ ਇਹਦੇ ਵਿੱਚ ਫਿਰ ਜਿਹੜੀ ਮਿਠਾਸ ਬਣਦੀ ਹੈ ਨਾਮ ਵਾਲੀ, ਉਹ ਹੋਰ ਮਿਠਾਸ ਕਿਤੇ ਵੀ ਨਹੀਂ। ਹੁਣ ਮਾਇਆ ਦਾ ਸੁੱਖ ਹੈ ਜਿਹੜਾ, ਇੱਕ ਪ੍ਰਾਣੀ ਹੈ ਉਹ ਬਿਮਾਰ ਹੈ, ਕਮਰੇ ਦੇ ਵਿੱਚ AC ਵੀ ਲੱਗੀ ਹੈ, ਏਅਰ ਕੰਡੀਸ਼ਨ ਰੂਪ ਹੈ, ਗਰਮੀ ਵੀ ਨਹੀਂ ਲੱਗਦੀ, ਠੰਡ ਵੀ ਨਹੀਂ ਲੱਗਦੀ, ਟੈਲੀਵਿਜ਼ਨ ਵੀ ਲੱਗੇ ਹੈ, ਉਹਦੇ ਤੇ ਸੋਹਣੇ ਚਲ ਚਿੱਤਰ ਵੀ ਚੱਲ ਰਹੇ ਨੇ,
ਮੰਜਾ ਬਿਸਤਰਾ ਵੀ ਬੜਾ ਸੋਹਣਾ। ਹੁਣ ਮਾਇਆ ਦੇ ਨਾਲ ਜਿਹੜੀਆਂ ਚੀਜ਼ਾਂ ਖਰੀਦੀਆਂ ਜਾਂਦੀਆਂ ਨੇ ਉਹ ਸਾਰੀਆਂ ਖਰੀਦ ਕੇ ਰੱਖੀਆਂ ਹੋਈਆਂ ਨੇ ਕਮਰੇ ਦੇ ਵਿੱਚ, ਨੌਕਰ ਚਾਕਰ ਵੀ ਬੜੇ ਨੇ, ਪਰ ਸਰੀਰ ਹੈ ਨਾ ਜਿਹੜਾ ਉਹ ਰਾਜੀ ਨਹੀਂ। ਸਰੀਰ ਨੂੰ ਕੋਈ ਇਸ ਤਰ੍ਹਾਂ ਦੀ ਬਿਮਾਰੀ ਲੱਗੀ ਹੈ ਜਿਹਦੇ ਕਰਕੇ ਉਹ ਤੜਫ ਰਿਹਾ ਹੈ। ਤੇ ਹੁਣ ਫਿਰ ਮਾਇਆ ਦਾ ਸੁੱਖ ਜਿਹੜਾ ਇਹ ਕਿੱਥੋਂ ਮਿਠਾਸ ਦੇਵੇਗਾ। ਇਸ ਤਰ੍ਹਾਂ ਧੰਨ ਗੁਰੂ ਜੀ ਰਹਿਮਤ ਕਰਦੇ ਨੇ, ਭਾਈ ਮਾਇਆ ਜਿਹੜੀ ਉਹ ਵੀ ਸੁੱਖ ਨਹੀਂ ਦਿੰਦੀ। ਜੇ ਪ੍ਰਭੂ ਪਰਮਾਤਮਾ ਦੇ ਨਾਮ ਦੇ ਨਾਲ ਜੁੜਿਆ ਹੋਵੇ ਨਾ ਤੇ ਬੰਦਾ ਤਕਲੀਫ ਦੇ ਵਿੱਚ ਵੀ ਹੋਵੇ ਤੇ ਫਿਰ ਗੁਰੂ ਮਹਾਰਾਜ ਜੀ ਦੀ ਬਾਣੀ ਯਾਦ ਆਉਂਦੀ ਏ, ਦੱਦੈ ਦੋਸ ਨ ਦਿਓ ਕਿਸੇ, ਦੋਸ ਕਰਮਾ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨ ਦੀਜੇ ਅਵਰ ਜਨਾ। ਇਹ ਤੁਕ ਯਾਦ ਆ ਜਾਂਦੀ ਵੀ ਮੈਂ ਆਪਣਾ ਕੀਤਾ ਪਾ ਲਿਆ ਤੇ ਮਨ ਨੂੰ ਤਸੱਲੀ ਜੀ ਹੋ ਜਾਂਦੀ ਹੈ। ਮਨ ਫਿਰ ਧੀਰਜ ਦੇ ਵਿੱਚ ਹੋ ਜਾਂਦਾ ਵੀ ਮੈਂ ਕੀਤਾ ਤੇ ਹੁਣ ਪਾ ਰਿਹਾ। ਫਿਰ ਇਹਦੇ 'ਚ ਫਿਰ ਥੋੜ੍ਹਾ ਜਿਹਾ ਦੁੱਖ ਇਹਨਾਂ ਜਿਹੜਾ ਉਹ ਘਟ ਜਾਂਦਾ, ਧੀਰਜ ਜਿਹਾ ਅੰਦਰ ਵੱਜ ਜਾਂਦਾ ਹੈ। ਤੇ ਇਸੇ ਤਰ੍ਹਾਂ ਜਿਹੜੇ ਭੋਗ ਨੇ ਸਰੀਰ ਕਰਕੇ ਅਸੀਂ ਰਸ, ਜਿਵੇਂ ਖਾਣ ਦਾ ਰਸ, ਰਸ ਦਾ ਅਰਥ ਅਸਲ ਸਵਾਦ ਹੁੰਦਾ ਹੈ। ਖਾਣ ਦਾ ਸਵਾਦ, ਵੇਖਣ ਦਾ, ਸੁਣਨ ਦਾ, ਇਹ ਸਾਰੇ ਸਵਾਦ ਨੇ, ਇਹਨਾਂ ਦੇ ਵਿੱਚ ਵੀ ਸੁੱਖ ਨਹੀਂ ਹੈਗਾ। ਕਿਉਂਕਿ ਬਾਬਾ ਫਰੀਦ ਜੀ ਕਹਿੰਦੇ ਨੇ, ਚੱਬਣ ਚੱਲਣ ਰਤਨ, ਚੱਬਣ ਦੰਦ ਨੇ ਜਿਨ੍ਹਾਂ ਨਾਲ ਚੱਬ ਕੇ ਖਾਂਦੇ ਆ, ਚੱਲਣ ਹੱਥ ਵੀ ਚੱਲਦੇ ਨੇ, ਪੈਰ ਵੀ ਚੱਲਦੇ ਨੇ, ਜ਼ੁਬਾਨ ਵੀ ਚੱਲਦੀ ਹੈ। ਰਤਨ ਇਹਨਾਂ ਅੱਖਾਂ ਨੂੰ ਆਖੀਏ, ਸੁਨੀਅਰ ਸੇ ਸੁਨੀਅਰ ਬਹਿ ਗਏ, ਤੇ ਸੁਨੀਅਰ ਆਖਿਆ ਕੰਨਾਂ ਨੂੰ, ਇਹ ਵੀ ਬਹਿ ਗਏ ਨੇ। ਹੁਣ ਇਹ ਸਾਰੇ ਜਦੋਂ ਬਹਿ ਗਏ ਨੇ ਤੇ ਹੁਣ ਫਿਰ ਇਹ ਮਿਠਾਸ ਵਾਲਾ ਸੁੱਖ ਨਹੀਂ ਨਾ। ਉੱਚਾ ਸੁਣਨ ਲੱਗ ਗਈ ਹੈ, ਘੱਟ ਦਿਸਣ ਲੱਗ ਗਈ ਹੈ, ਜ਼ਬਾਨ ਚੋਂ ਸ਼ਬਦ ਜਦੋਂ ਨਿਕਲਦਾ ਹੈ ਇਹ ਤਤਲਾ ਕੇ ਨਿਕਲਦਾ, ਅਗਲੇ ਨੂੰ ਸਮਝ ਨਹੀਂ ਲੱਗਦੀ ਹੈਗੀ। ਇਸ ਤਰ੍ਹਾਂ ਸੱਚੇ ਸਤਿਗੁਰ ਸਾਨੂੰ ਇਹ ਦੱਸ ਰਹੇ ਨੇ ਵੀ ਇਹ ਸਾਰੇ ਸੁੱਖ ਨੇ ਜਿਹੜੇ, ਇਹ ਸੁੱਖ ਮਠਾਸ ਵਾਲੇ ਨਹੀਂ ਹੈਗੇ। ਮਠਾਸ ਵਾਲਾ ਜਿਹੜਾ ਸੁੱਖ ਹੈ ਉਹ ਪ੍ਰਭੂ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇ ਭਜਨ ਬੰਦਗੀ ਸਿਮਰਨ ਦੇ ਵਿੱਚ ਹੈ ਜੀ। ਮਿਸ਼ਟੰ ਸਾਧ ਸੰਗ ਹਰ ਨਾਨਕ ਦਾਸ, ਮਿਸ਼ਟੰ ਪ੍ਰਭ ਦਰਸ਼ਨੰ। ਮਿਸ਼ਟੰ ਸਾਧ ਸੰਗ ਹਰ, ਮਿਸ਼ਟੰਗ ਸਾਧ ਸੰਗ ਹਰ, ਹਰੀ ਅਕਾਲ ਪੁਰਖ ਵਾਹਿਗੁਰੂ ਦੇ ਸੰਗੀ ਹੋਣ, ਹਰੀ ਪਰਮਾਤਮਾ ਦੇ ਨਾਮ ਦੇ ਨਾਲ ਮਨ ਨੂੰ ਸਿੱਧਾ ਕੀਤਾ ਹੋਵੇ, ਇਹਨਾਂ ਦੇ ਵਿੱਚ ਮਠਾਸ ਹੈ। ਨਾਨਕ ਦਾਸ ਮਿਸ਼ਟੰ ਪ੍ਰਭ ਦਰਸ਼ਨੰ, ਤੇ ਇੱਕ ਪ੍ਰਭੂ ਪਰਮਾਤਮਾ ਦੇ ਜਿਹੜੇ ਦਰਸ਼ਨ ਨੇ ਨਾ ਇਹਨਾਂ ਦੇ ਵਿੱਚ ਮਠਾਸ ਹੈ। ਹੁਣ ਗੁਰੂ ਜੀ ਰਹਿਮਤ ਕਰਦੇ ਨੇ, ਪਹਿਲੂ ਸੱਚੇ ਸਤਿਗੁਰੂ ਨੇ ਦੱਸਿਆ ਰਾਜ ਭਾਗ ਦੇ ਵਿੱਚ ਵੀ ਸੁੱਖ ਵਾਲਾ, ਮਿਠਾਸ ਵਾਲਾ ਸੁੱਖ ਨਹੀਂ ਹੈਗਾ। ਰਸਾਂ ਕਸਾਂ ਦੇ ਵਿੱਚ ਵੀ ਮਿਠਾਸ ਵਾਲਾ ਸੁੱਖ ਨਹੀਂ ਹੈਗਾ। ਇਹ ਮਿਠਾਸ ਵਾਲਾ ਕਿਉਂ ਨਹੀਂ? ਕਿਉਂਕਿ ਇਹ ਸੁੱਖ ਹੀ ਕਈ ਵਾਰੀ ਨਾ ਦੁੱਖ ਦਾ ਕਾਰਨ ਬਣ ਜਾਂਦਾ ਹੈ। ਇਹ ਸੁੱਖ ਹੀ ਕਈ ਵਾਰੀ ਦੁੱਖ ਦਾ ਕਾਰਨ ਬਣ ਜਾਂਦਾ ਹੈ। ਇੱਕ ਨਿੱਕੀ ਜੀ ਸਾਖੀ ਆਪ ਜੀ ਦੀ ਸੇਵਾ ਦੇ ਵਿੱਚ ਹਾਜ਼ਰ ਕਰਦੇ ਆ। ਇੱਕ ਫੱਕਰ ਸੀ ਤੇ ਫੱਕਰ ਦੀ ਉਮਰ ਬੜੀ ਵੱਡੀ ਹੋ ਗਈ ਹੈ, ਸਿਮਰਨ ਕਰਦਾ, ਭਜਨ ਬੰਦਗੀ ਕਰਦਾ, ਪਰ ਕਰੇ ਔਲਾਦ ਕੋਈ ਨਹੀਂ ਹੋਈ, ਸੰਤਾਨ ਨਹੀਂ ਮਿਲੀ ਹੈਗੀ। ਸ਼ੇਖ ਸਾਦੀ ਲਿਖਦਾ ਵੀ ਇਹਨੇ ਖੁਦਾ ਦੇ ਅੱਗੇ ਦੁਆ ਕੀਤੀ ਵੀ ਹੁਣ ਤਾਂ ਬੁੱਢੇ ਹੋ ਚੱਲਿਆ, ਤੂੰ ਕਿਰਪਾ ਕਰ, ਰਹਿਮਤ ਕਰ, ਇੱਕ ਪੁੱਤਰ ਦੀ ਦਾਤ ਦੇ ਦੇ। ਉਸ ਵਾਹਿਗੁਰੂ ਨੇ ਨਾ, ਸੱਚੇ ਸਤਿਗੁਰ ਨੇ ਇਹਨੂੰ ਸੰਤਾਨ ਦੇ ਦਿੱਤੀ ਹੈ, ਪੁੱਤਰ ਮਿਲ ਗਿਆ। ਜਦੋਂ ਪੁੱਤਰ ਮਿਲ ਗਿਆ ਤੇ ਸ਼ੇਖ ਸਾਦੀ ਲਿਖਦਾ ਵੀ ਮੈਂ ਨਾ ਫਿਰ ਕਈ ਸਾਲਾਂ ਬਾਅਦ ਉਸੇ ਥਾਂ ਤੇ ਆਇਆ ਤੇ ਮੈਂ ਪੁੱਛਿਆ ਵੀ ਇੱਥੇ ਇੱਕ ਫੱਕਰ ਰਹਿੰਦਾ ਹੁੰਦਾ ਸੀ। ਕਹਿੰਦੇ ਜੀ ਉਹ ਤਾਂ ਜੇਲ੍ਹ 'ਚ ਗਿਆ ਚਲਾ ਹੈ। ਤੇ ਕਹਿੰਦਾ ਮੈਂ ਫਿਰ ਪੁੱਛਿਆ ਵੀ ਇਹ ਜੇਲ੍ਹ 'ਚ ਕਿਉਂ ਚਲਾ ਗਿਆ? ਕਹਿੰਦਾ ਜੀ ਇਹਦਾ ਪੁੱਤਰ ਜਵਾਨ ਹੋ ਕੇ ਉਹਨੇ ਕਤਲ ਕਰ ਦਿੱਤਾ, ਉਹ ਪਿੰਡ ਛੱਡ ਕੇ ਭੱਜ ਗਿਆ ਤੇ ਪੁਲਿਸ ਵਾਲਿਆਂ ਨੇ ਇਹਦੇ ਪਿਓ ਨੂੰ ਫੜ ਲਿਆ, ਜੇਲ੍ਹ 'ਚ ਰੱਖਿਆ ਵੀ ਜਦੋਂ ਤੇਰਾ ਪੁੱਤਰ ਆ ਜਾਏਗਾ ਤੈਨੂੰ ਛੱਡ ਦਿਆਂਗੇ। ਉਹਨਾਂ 'ਚ ਰਾਜਾ ਤੂੰ ਆ, ਪੁਲਿਸ ਵਾਲੇ ਇਵੇਂ ਹੀ ਕਰਦੇ ਨੇ ਹੁਣ ਵੀ। ਜਦੋਂ ਕੋਈ ਘਰ ਵਿੱਚ ਇੱਕ ਗਲਤ ਕੰਮ ਕਰਦਾ ਫਿਰ ਪਿੱਛੇ ਪਰਿਵਾਰ ਨੂੰ ਸਿਆਪਾ ਪੈ ਜਾਂਦਾ ਹੈ। ਉਹਨਾਂ ਨੂੰ ਕਹਿੰਦੇ ਨੇ ਪੇਸ਼ ਕਰੋ, ਨਹੀਂ ਤਾਂ ਅਸੀਂ ਤੁਹਾਨੂੰ ਲੈ ਕੇ ਜਾਂਦੇ ਹਾਂ। ਤੇ ਫਿਰ ਸ਼ੇਖ ਸਾਦੀ ਕਹਿੰਦਾ ਇਹਨੇ ਇਹ ਦੁੱਖ ਆਪ ਅਰਦਾਸ ਕਰਕੇ ਲਿਆ ਸੀ। ਇਹ ਜਿਹੜੀ ਹੁਣ ਦੁੱਖ ਦੀ ਘੜੀ ਆਈ ਹੈ ਨਾ ਇਹਦੇ ਤੇ, ਇਹਨੇ ਆਪ ਅਰਦਾਸ ਕਰਕੇ ਬੇਨਤੀ ਕਰਕੇ ਲਈ ਸੀ। ਤੇ ਪੁੱਛਣ ਵਾਲਾ ਫਿਰ ਅੱਗੋਂ ਪੁੱਛਦਾ ਜੀ ਸ਼ੇਖ ਸਾਦੀ ਜੀ ਤੁਸੀਂ ਇਹ ਕੀ ਕਹਿ ਰਹੇ ਹੋ? ਕਹਿੰਦਾ ਹਾਂ ਇਹਦੇ ਸੰਤਾਨ ਨਹੀਂ ਸੀ ਹੈਗੀ,
35-40 ਸਾਲ ਦੀ ਉਮਰ ਹੋ ਗਈ ਸੀ ਤੇ ਇਹਨੇ ਆਪ ਉਸ ਖੁਦਾ ਦੇ ਅੱਗੇ ਫਰਿਆਦ ਕੀਤੀ ਸੀ ਵੀ ਮੈਨੂੰ ਪੁੱਤਰ ਦੇ, ਪੁੱਤਰ ਦਾ ਸੁੱਖ ਲੈਣਾ ਹੈ। ਤੇ ਉਹਦੇ ਪਿੱਛੇ ਨਾ ਦੁੱਖ ਲੁਕਿਆ ਹੋਇਆ ਸੀ। ਉਹ ਦੁੱਖ ਕਰਕੇ ਪਰਮਾਤਮਾ ਇਹਨੂੰ ਇਹ ਸੁੱਖ ਨਹੀਂ ਸੀ ਦੇ ਰਿਹਾ, ਪਰ ਇਹਨੇ ਫਿਰ ਜਦੋਂ ਮੰਗ ਲਿਆ ਤੇ ਪਰਮਾਤਮਾ ਨੇ ਕਿਹਾ ਚੰਗਾ ਤੇਰੀ ਚੀਜ਼ ਹੈ ਭਾਈ, ਤੂੰ ਲੈ ਲਾ। ਜੇ ਸੁੱਖ ਲੈਣਾ ਤੇ ਇਹਦੇ ਪਿੱਛੇ ਜਿਹੜਾ ਦੁੱਖ ਲੁਕਿਆ ਉਹ ਵੀ ਤੈਨੂੰ ਮਿਲੇਗਾ। ਇੱਕ ਹੋਰ ਨਿੱਕੀ ਜੀ ਸਾਖੀ, ਉਹਦੇ ਨਾਲ ਬੜੀ ਵੱਡੀ ਗੱਲ ਦੀ ਸਮਝ ਆ ਜਾਣੀ ਹੈ। ਸਰਵਣ ਨੂੰ ਅਸੀਂ ਭਗਤ ਆਖਦੇ ਹਾਂ। ਇਹ ਆਪਣੇ ਮਾਤਾ ਪਿਤਾ ਦਾ ਇੱਕ ਯੋਗ ਤੇ ਆਗਿਆਕਾਰੀ ਪੁੱਤਰ ਸੀ। ਇਸ ਦੇ ਮਾਤਾ ਪਿਤਾ ਸਨ ਜਿਹੜੇ, ਇਹਨਾਂ ਨੇ ਵੀ ਪ੍ਰਭੂ ਪਰਮਾਤਮਾ ਦੇ ਅੱਗੇ ਬੰਦਗੀ ਕੀਤੀ, ਅਰਦਾਸਾਂ ਬੇਨਤੀਆਂ ਜੋਦੜੀਆਂ ਕੀਤੀਆਂ ਵੀ ਸਾਨੂੰ ਪੁੱਤਰ ਦੀ ਦਾਤ ਮਿਲ ਜਾਵੇ। ਤੇ ਆਕਾਸ਼ਬਾਣੀ ਹੋਈ ਵੀ ਤੁਹਾਡੇ ਕਰਮਾਂ ਦੇ ਵਿੱਚ ਪੁੱਤਰ ਵੇਖਣਾ ਨਹੀਂ ਲਿਖਿਆ। ਜੇ ਤੁਹਾਡੇ ਸੰਤਾਨ ਹੋਗੀ ਫਿਰ ਤੁਹਾਡੇ ਜਿਹੜੇ ਨੇਤਰ ਨੇ ਨਾ, ਇਹਨਾਂ ਦੀ ਜੋਤ ਖਤਮ ਹੋ ਜਾਏਗੀ। ਇਹ ਕਹਿੰਦੇ ਚਲੋ ਕੋਈ ਗੱਲ ਨਹੀਂ, ਨੇਤਰਾਂ ਦੀ ਜੋਤ ਜਿਹੜੀ ਉਹ ਖਤਮ ਹੋ ਜਾਵੇ ਪਰ ਸਾਨੂੰ ਸੰਤਾਨ ਮਿਲ ਜਾਵੇ। ਜਦੋਂ ਉਮੀਦਵਾਰੀ ਹੋਈ ਉਦੋਂ ਤੋਂ ਇਹਨਾਂ ਦੀ ਨਿਗਾਹ ਘਟਣੀ ਸ਼ੁਰੂ ਹੋ ਗਈ ਤੇ ਜਦੋਂ ਉਹਨੇ ਜਨਮ ਲਿਆ ਉਦੋਂ ਨੂੰ ਅੰਨੇ ਹੋ ਗਏ ਸੀ ਦੋਵੇਂ ਮਾਤਾ ਪਿਤਾ। ਜਦੋਂ 12, 14, 15 ਸਾਲ ਦਾ ਸਰਵਣ ਹੋਇਆ, ਇਹਨੂੰ ਸਾਰੀ ਗੱਲ ਦਾ ਪਤਾ ਲੱਗਿਆ ਵੀ ਮੇਰੇ ਮਾਤਾ ਪਿਤਾ ਨੇ ਤਾਂ ਮੈਨੂੰ ਲੈਣ ਦੇ ਵਾਸਤੇ ਆਪਣੇ ਨੇਤਰ ਖੋ ਦਿੱਤੇ ਨੇ ਤੇ ਮੇਰਾ ਵੀ ਫਰਜ਼ ਬਣਦਾ ਮੈਂ ਫਿਰ ਇਹਨਾਂ ਦੀ ਜੋਤ ਜਿਹੜੀ ਹੈ ਵਾਪਸ ਲੈ ਕੇ ਦੇ। ਇਹਨੇ ਵੀ ਬੰਦਗੀ ਸ਼ੁਰੂ ਕਰ ਦਿੱਤੀ ਹੈ। ਇਹਨੂੰ ਆਕਾਸ਼ਬਾਣੀ ਹੋਈ ਵੀ ਜੇ ਤੂੰ 68 ਤੀਰਥਾਂ ਦਾ ਇਸ਼ਨਾਨ ਕਰਵਾ ਦੇਗਾ ਨਾ ਤੇ ਇਹਨਾਂ ਦੀ ਜੋਤ ਵਾਪਸ ਆ ਜਾਏਗੀ। ਇਹ ਜਿਹੜਾ ਗੁਨਾਹ ਹੈ, ਇਹ ਪਾਪ ਹੈ ਜਿਹੜਾ ਧੋਤਾ ਜਾਏਗਾ। ਇਹ ਸਾਡੇ ਨਾ ਕੋਈ ਪਿਛਲੇ ਪਾਪ ਕਰਮ ਹੁੰਦੇ ਨੇ। ਪੁਰਬ ਲਿਖੇ ਕਾ ਲਹਿਣਾ ਪਾਈਏ। ਸੁਖਮਨੀ ਸਾਹਿਬ ਦੇ ਅੰਦਰ ਧੰਨ ਗੁਰੂ ਅਰਜਨ ਦੇਵ ਜੀ ਨੇ ਆਖਿਆ ਪਿਛਲੇ ਜਨਮਾਂ ਦਾ ਕੋਈ ਇਸ ਤਰ੍ਹਾਂ ਦਾ ਗੇੜ ਹੁੰਦਾ ਹੈ। ਤੇ ਜਦੋਂ ਅਸੀਂ ਪ੍ਰਭੂ ਪਰਮਾਤਮਾ ਦੇ ਚਰਨਾਂ ਨਾਲ ਜੁੜ ਜਾਂਦੇ ਹਾਂ, ਭਜਨ ਬੰਦਗੀ ਦੇ ਨਾਲ ਜੁੜ ਜਾਂਦੇ ਹਾਂ ਤੇ ਉਹ ਪਰਮਾਤਮਾ ਵਾਹਿਗੁਰੂ ਨਾਲ ਸਾਨੂੰ ਵੇਖਣ ਨੂੰ ਕਈ ਸੁੱਖ ਲੱਗਦੇ ਨੇ, ਉਹ ਸਾਨੂੰ ਦਿੰਦਾ ਨਹੀਂ ਤੇ ਅਸੀਂ ਫਿਰ ਅਲਾਮੇ ਦਿੰਦੇ ਹਾਂ। ਤੇਰਾ ਪਾਠ ਕਰਦੇ ਹਾਂ, ਤੇਰੀ ਬੰਦਗੀ ਕਰਦੇ ਹਾਂ, ਤੇਰਾ ਸਿਮਰਨ ਕਰਦੇ ਹਾਂ। ਇਹ ਸੱਚੇ ਸਤਿਗੁਰ ਸਾਨੂੰ ਆਹ ਸੁੱਖ ਕਿਉਂ ਨਹੀਂ ਮਿਲ ਰਿਹਾ, ਇਹ ਸੁੱਖ ਸਾਨੂੰ ਵੀ ਦੇ। ਤੇ ਉਸ ਪਰਮਾਤਮਾ ਨੂੰ ਪਤਾ ਹੁੰਦਾ ਵੀ ਇਹ ਸੁੱਖ ਦੇ ਪਿੱਛੇ ਦੁੱਖ ਹੈ ਤੇ ਮੇਰਾ ਭਗਤ ਤੇ ਭਜਨ ਬੰਦਗੀ ਕਰਨ ਵਾਲਾ ਤੇ ਮੈਂ ਇਹਨੂੰ ਇਹ ਸੁੱਖ ਨਾ ਹੀ ਦਿਆਂ ਤਾਂ ਕਿ ਇਹ ਸੁੱਖ ਦੇ ਪਿੱਛੇ ਜਿਹੜਾ ਦੁੱਖ ਲੁਕਿਆ ਉਹ ਇਹਨੂੰ ਨਾ ਮਿਲੇ। ਰਹੋ ਵਿਚਾਰ। ਹੁਣ ਸਰਵਣ ਨੇ ਜਿਹੜਾ ਇਹਨੇ ਇੱਕ ਵਹਿੰਗੀ ਬਣਾ ਲਈ ਏ, ਉਹਦੇ ਵਿੱਚ ਮਾਤਾ ਪਿਤਾ ਨੂੰ ਬਿਠਾ ਲਿਆ ਤੇ 68 ਤੀਰਥਾਂ ਦੇ ਦਰਸ਼ਨਾਂ ਦੇ ਲਈ ਤੁਰ ਪਿਆ। ਨਹੀਂ ਕਰਵਾਏ ਗਏ, ਰਸਤੇ 'ਚ ਹੀ ਰਹਿ ਗਿਆ ਸੀ। ਉਹ ਵੀ ਅੰਨੇ ਸਨ, ਮਰ ਗਏ ਵਿਚਾਰੇ ਤੇ ਇਹ ਵੀ ਮਰ ਗਿਆ। ਹੁਣ ਉਵੇਂ ਸੀ ਜਿਵੇਂ ਅੱਗੇ ਲਿਖਿਆ। ਲਿਖਤ ਇਹ ਸੀ ਵੀ ਇਹਨਾਂ ਦੀ ਸੰਤਾਨ ਅੱਗੇ ਗੱਦੀ ਤੇ ਨਹੀਂ ਬੈਠੇਗੀ ਤੇ ਨਹੀਂ ਬੈਠੀ। ਸੋ ਇਸ ਤਰ੍ਹਾਂ ਧੰਨ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ ਵੀ ਜਿਹੜਾ ਰਾਜ ਭਾਗ ਹੈ ਨਾ, ਇਹਦੇ ਵਿੱਚ ਵੀ ਸੁੱਖ ਨਹੀਂ ਹੈਗਾ ਮਠਾਸ ਵਾਲਾ। ਜਿਹੜੇ ਭੋਗ ਦੇ ਸਰੀਰ ਦੇ ਰਸ ਨੇ ਇਹਨਾਂ ਦੇ ਵਿੱਚ ਵੀ ਭਾਈ ਜਿਹੜਾ ਸੁੱਖ ਹੈ ਨਾ ਉਹ ਸੱਚ ਵਾਲਾ ਨਹੀਂ ਹੈਗਾ। ਤੇ ਮਾਇਆ ਪੈਸੇ ਦਾ ਤਾਂ ਆਪਾਂ ਪਹਿਲੂ ਸਮਝ ਲਿਆ। ਬੰਦਾ ਦੁਖੀ ਹੋਵੇ ਤੇ ਫਿਰ ਉਹ ਪੈਸੇ ਤੇ ਸੁੱਖ ਨੇ ਜਿਹੜੇ ਪੈਸੇ ਦੇ ਨਾਲ ਇਹ ਸਾਰੇ ਦੇ ਸਾਰੇ ਜਿਹੜੇ ਨੇ ਇਹਨਾਂ ਤੋਂ ਆਪ ਹੀ ਦੁਖੀ ਹੋ ਜਾਂਦਾ ਹੈ। ਸੋ ਇਸ ਤਰ੍ਹਾਂ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ। ਮਿਸ਼ਟੰ ਸਾਧ ਸੰਗ ਹਰ। ਸਾਧ ਜਿਹਨੇ ਮਨ ਦੀ ਸਾਧਨਾ ਕੀਤੀ ਹੈ, ਸਾਧੂ ਏ, ਸੰਗ ਉਹਦੀ ਸੰਗਤ ਹੋ ਜੇ ਤੇ ਪ੍ਰਾਪਤੀ ਹੈ ਜਿਹੜੀ ਉਹ ਹਰ ਹਰੀ ਦੀ ਹੋਵੇ, ਵਾਹਿਗੁਰੂ ਦਾ ਧਿਆਨ ਹੋਵੇ। ਇਹ ਸਾਡਾ ਜਿਹੜਾ ਮਨ ਹੈ ਨਾ, ਜਿਹੜਾ ਇਹ ਜਿਵੇਂ ਕਮਾਈ ਵਾਲੇ ਪਾਸੇ ਲੱਗੇ ਹੈ ਨਾ ਵੀ ਮੈਨੂੰ ਇਧਰੋਂ ਵੀ 4 ਬਚ ਜਾਣ, ਮੈਨੂੰ ਇਧਰੋਂ ਵੀ 4 ਬਚ ਜਾਣ, ਮੇਰਾ ਆਹ ਵੀ ਕੰਮ ਬਣ ਜੇ। ਜੇ ਉਵੇਂ ਜਿਵੇਂ ਪਰਮਾਤਮਾ ਵਾਲੇ ਪਾਸੇ ਲੱਗ ਜਾਵੇ ਨਾ ਤੇ ਫਿਰ ਇਹਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਜਾਵੇ। ਸੋ ਗੁਰੂ ਜੀ ਰਹਿਮਤ ਕਰਦੇ ਨੇ ਮਿਸ਼ਟੰ ਸਾਧ ਸੰਗ ਹਰ, ਬਈ ਜਿਹੜੀ ਸਾਧੂ ਦੀ ਸੰਗਤ ਕਰਨੀ ਹੈ ਤੇ ਹਰੀ ਦੀ ਪ੍ਰਾਪਤੀ ਦਾ ਮਨ ਦੇ ਵਿੱਚ ਖਿਆਲ ਰੱਖਣਾ। ਇਹਦੇ ਵਿੱਚ ਮਿਠਾਸ ਹੈ ਕਿਉਂਕਿ ਹਰੀ ਪਰਮਾਤਮਾ ਜਿਹੜਾ ਉਹ ਆਪਣੇ ਨਾਮ ਜਪਣ ਵਾਲੇ ਨੂੰ, ਭਜਨ ਬੰਦਗੀ ਕਰਨ ਵਾਲੇ ਨੂੰ ਨਾ ਫਿਰ ਉਹੀ ਸੁੱਖ ਦਿੰਦਾ ਹੈ ਜਿਹੜੇ ਸੁੱਖ ਦੇ ਪਿੱਛੇ ਦੁੱਖ ਨਾ ਲੁਕਿਆ ਹੋਵੇ। ਨਾਨਕ ਦਾਸ ਮਿਸ਼ਟੰ, ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਦਾਸ ਮਿਸ਼ਟੰ ਪ੍ਰਭ ਦਰਸ਼ਨੰ,
ਤੇ ਜਿਹੜੇ ਦਾਸ ਨੇ ਨਾ ਗੁਰੂ ਨਾਨਕ ਦੇਵ ਜੀ ਦੇ ਗੁਰਸਿੱਖ ਨੇ, ਉਹਨਾਂ ਨੂੰ ਧੰਨ ਗੁਰੂ ਮਹਾਰਾਜ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਦਰਸ਼ਨ ਨੇ, ਇਹਨਾਂ ਦੇ ਵਿੱਚੋਂ ਮਠਾਸ ਪ੍ਰਾਪਤ ਹੁੰਦੀ ਹੈ ਜੀ। ਲਗੜਾ ਸੋ ਨੇਹੋ ਮਨ ਮਝਾਹੂ ਰਤਿਆ। ਧੰਨ ਗੁਰੂ ਜੀ ਰਹਿਮਤ ਕਰਦੇ ਨੇ, ਜਿਨ੍ਹਾਂ ਨੂੰ ਪ੍ਰੀਤ ਲੱਗੀ ਏ, ਪ੍ਰੇਮ ਲੱਗੇ ਉਸ ਪਰਮਾਤਮਾ ਦਾ। ਲਗੜਾ ਦਾ ਅਰਥ ਹੈ ਲੱਗਿਆ ਹੋਇਆ, ਸੋ ਨੇਹੋ ਜਿਨ੍ਹਾਂ ਨੂੰ ਨੇਹ ਲੱਗ ਗਿਆ, ਪ੍ਰੀਤ ਲੱਗ ਗਈ, ਪ੍ਰੇਮ ਲੱਗ ਗਿਆ ਵਾਹਿਗੁਰੂ ਦਾ। ਮਨ ਮਝਾਹੂ, ਉਹ ਮਨ ਦੇ ਵਿੱਚ ਰੰਗਿਆ ਹੋਇਆ ਹੈ, ਉਹਦਾ ਮਨ ਨਾ ਫਿਰ ਪ੍ਰਭੂ ਪਰਮਾਤਮਾ ਦੇ ਨਾਮ ਦੇ ਵਿੱਚ ਰੰਗਿਆ। ਤੇ ਹਰ ਵਕਤ ਉਹਦੇ ਮਨ ਦੇ ਵਿੱਚ ਇਹ ਵਿਚਾਰ ਚੱਲਦਾ ਵੀ ਮੈਨੂੰ ਪ੍ਰਭੂ ਪਰਮਾਤਮਾ ਵਾਹਿਗੁਰੂ ਦੀ ਪ੍ਰਾਪਤੀ ਕਿਵੇਂ ਹੋਵੇ, ਉਹਦੀ ਪ੍ਰਾਪਤੀ ਹੋਵੇ। ਜਿਵੇਂ ਇੱਕ ਬੇਰੋਜ਼ਗਾਰ ਹੈ ਨਾ, ਉਹਦੇ ਮਨ ਦੇ ਵਿੱਚ ਖਿਆਲ ਬਣਦਾ ਰਹਿੰਦਾ ਵੀ ਮੈਨੂੰ ਇੱਥੇ ਵੀ ਨੌਕਰੀ ਮਿਲ ਜਾਵੇ, ਇੱਥੇ ਵੀ ਵੈਕੈਂਸੀ ਹੋਵੇ, ਇੱਥੇ ਵੀ ਮੈਂ ਅਪਲਾਈ ਕਰ ਦਿਆਂ। ਅਰਦਾਸਾਂ ਵੀ ਇਹੀ ਕਰਦਾ ਗੁਰੂ ਘਰ ਆਣ ਕੇ। ਜੋ ਬਾਣੀ ਪੜ੍ਹਦਾ ਨਾ, ਉਹ ਆਪਦੇ ਭਲੇ ਲਈ ਬਾਣੀ ਨਹੀਂ ਪੜ੍ਹਦਾ, ਉਹ ਆਪਦੇ ਕੰਮ ਦੇ ਲਈ ਬਾਣੀ ਪੜ੍ਹਦਾ। ਜਿਵੇਂ ਭਗਤ ਕਬੀਰ ਜੀ ਦਾ ਫਰਮਾਨ ਹੈ ਨਾ, ਭਗਤ ਕਬੀਰ ਜੀ ਕਹਿੰਦੇ ਨੇ, ਕਾਮ ਪਰੇ ਹਰਿ ਸਿਮਰਿਏ। ਜਦੋਂ ਕੰਮ ਪੈ ਜਾਂਦਾ ਨਾ, ਫਿਰ ਅਸੀਂ ਰੱਬ ਦਾ ਨਾਮ ਲੈਂਦੇ ਹਾਂ, ਐਸਾ ਸਿਮਰੋ ਨਿਤ। ਤੇ ਉਹਨੂੰ ਸਦਾ ਕਿਉਂ ਨਹੀਂ ਯਾਦ ਰੱਖਦੇ? ਜਦੋਂ ਸਾਨੂੰ ਪਤਾ ਹੈ ਵੀ ਕੰਮ ਪੈ ਜਾਂਦਾ ਤੇ ਅਸੀਂ ਪ੍ਰਭੂ ਪਰਮਾਤਮਾ ਨੂੰ ਚੇਤੇ ਕਰਦੇ ਹਾਂ, ਯਾਦ ਕਰਦੇ ਹਾਂ, ਸਾਡਾ ਕੰਮ ਹੋ ਜਾਂਦਾ, ਤੇ ਉਹਨੂੰ ਫਿਰ ਸਾਨੂੰ ਸਦੀਵੀ ਯਾਦ ਰੱਖਣਾ ਚਾਹੀਦਾ ਹੈ। ਸੋ ਇੱਥੇ ਗੁਰੂ ਜੀ ਰਹਿਮਤ ਕਰਦੇ ਨੇ, ਲਗੜਾ ਸੋ ਨੇਹੋ ਮਨ ਮਝਾਹੂ ਰਤਿਆ। ਜਿਨ੍ਹਾਂ ਨੂੰ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਦਾ ਪ੍ਰੇਮ ਹੋ ਗਿਆ, ਨੇਹ ਲੱਗ ਗਿਆ, ਉਹ ਮਨ ਦੇ ਵਿੱਚ ਫਿਰ ਉਸ ਪ੍ਰਭੂ ਪਰਮਾਤਮਾ ਦੇ ਪ੍ਰੇਮ ਦੇ ਵਿੱਚ ਰੰਗੇ ਰਹਿੰਦੇ ਨੇ। ਉਹਨਾਂ ਦਾ ਮਨ ਜਿਹੜਾ ਵਾਹਿਗੁਰੂ ਦੀ ਪ੍ਰਾਪਤੀ ਵਾਲੇ ਪਾਸੇ ਤੁਰਿਆ ਰਹਿੰਦਾ ਹੈ ਜੀ। ਵਿਦੜੋ ਸੱਚ ਥੋਕ ਨਾਨਕ ਮਿਠੜਾ ਸੋ ਧਣੀ। ਵਿਦੜੋ ਦਾ ਅਰਥ ਹੁੰਦਾ ਵਿੰਨ ਦੇਣਾ। ਜਿਵੇਂ ਫੁੱਲ ਨੂੰ ਵਿੰਨ ਕੇ ਧਾਗਾ ਪਾ ਕੇ ਹਾਰ ਬਣਾਇਆ ਜਾਂਦਾ ਹੈ ਨਾ, ਵਿਦੜੋ ਸੱਚ ਥੋਕ, ਸੱਚੇ ਪਦਾਰਥ, ਉਹ ਅਕਾਲ ਪੁਰਖ ਵਾਹਿਗੁਰੂ ਸੱਚ ਸਰੂਪ ਹੈ। ਉਹਦੀ ਪ੍ਰੀਤ ਦੇ ਵਿੱਚ ਫਿਰ ਮਨ ਜਿਹੜਾ ਹੈ ਨਾ, ਇਹ ਵਿੰਨਿਆ ਜਾਂਦਾ ਹੈ। ਹੁਣ ਫੁੱਲ ਜਿਹੜਾ ਵਿੰਨਿਆ ਗਿਆ ਹੈ ਧਾਗੇ 'ਚ, ਜਿੱਥੇ ਧਾਗਾ ਲਟਕ ਜਾਏਗਾ ਫੁੱਲ ਵੀ ਨਾਲ ਲਟਕੇਗਾ। ਵਿਦੜੋ ਸੱਚ ਥੋਕ, ਧੰਨ ਗੁਰੂ ਜੀ ਰਹਿਮਤ ਕਰਦੇ ਨੇ, ਸੱਚੇ ਸਤਿਗੁਰ ਦੇ ਪ੍ਰੇਮ ਦੇ ਵਿੱਚ ਜਿਨ੍ਹਾਂ ਦਾ ਮਨ ਵਿੰਨਿਆ ਜਾਂਦਾ ਹੈ, ਸੱਚ ਸਰੂਪ ਦੇ ਵਿੱਚ ਜਿਨ੍ਹਾਂ ਦਾ ਮਨ ਵਿੰਨਿਆ ਜਾਂਦਾ ਹੈ, ਮਿਠੜੋ ਸੋ ਧਣੀ। ਉਹਨਾਂ ਨੂੰ ਫਿਰ ਵਿੰਨਿਆ ਹੋਇਆਂ ਨੂੰ ਵੀ ਉਹ ਪਰਮਾਤਮਾ ਨਾ ਜਿਹੜਾ, ਉਹ ਮਿੱਠਾ ਲੱਗਦਾ ਹੈ। ਉਹ ਪ੍ਰਭੂ ਪਰਮਾਤਮਾ ਸੱਚੇ ਸਤਿਗੁਰ ਦੇ ਪਿਆਰ ਦੀ ਪ੍ਰਾਪਤੀ ਦੀ ਨਾਮ ਦੀ ਮਿਠਾਸ ਉਹਨਾਂ ਦੇ ਅੰਦਰ ਬਣ ਜਾਂਦੀ ਹੈ ਜੀ। ਪੌੜੀ ਹਰ ਬਿਨ ਕਛੂ ਨਾ ਲਾਗਈ, ਭਗਤਨ ਕਉ ਮੀਠਾ। ਧੰਨ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਕਿਰਪਾ ਕਰਦੇ ਨੇ। ਸੰਪੂਰਨ ਸ਼ਲੋਕ ਦੀਆਂ ਦੋਹਾਂ ਪੌੜੀਆਂ ਦਾ ਵਿਖਿਆਨ ਨੇ ਜਿਹੜਾ, ਉਹ ਇਸ ਪਾਵਨ ਪੌੜੀ ਦੇ ਅੰਦਰ ਕਰ ਰਹੇ ਨੇ। ਹਰ ਬਿਨ, ਹਰੀ ਤੋਂ ਬਿਨਾ, ਕਛੂ ਨਾ ਲਾਗਈ। ਜਿਹੜਾ ਭਗਤ ਹੈ ਨਾ, ਭਗਤਨ ਕੋ ਮਿੱਠਾ। ਜਿਹੜਾ ਭਗਤ ਹੈ, ਭਗਤ ਦਾ ਬਹੁਵਚਨ ਹੈ ਭਗਤਨ। ਜਿਹੜੇ ਪਰਮਾਤਮਾ ਦਾ ਨਾਮ ਜਪਣ ਵਾਲੇ ਨੇ, ਭਜਨ ਬੰਦਗੀ ਸਿਮਰਨ ਕਰਨ ਵਾਲੇ ਨੇ, ਉਹਨਾਂ ਨੂੰ ਹਰੀ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾ ਕੁਝ ਵੀ ਮਿੱਠਾ ਨਹੀਂ ਲੱਗਦਾ। ਕਿਉਂਕਿ ਉਹਨਾਂ ਦੇ ਅੰਦਰ ਉਸ ਵਾਹਿਗੁਰੂ ਪਰਮਾਤਮਾ ਦੀ ਪ੍ਰੀਤ ਬਣ ਗਈ ਹੈ। ਤੇ ਉਸ ਦੀ ਪ੍ਰੀਤ ਦੇ ਵਿੱਚ, ਉਸ ਦੀ ਪ੍ਰਾਪਤੀ ਦੇ ਲਈ ਉਹ ਸਾਰੇ ਪਾਸਿਓਂ ਆਪਣਾ ਮਨ ਮੋੜ ਕੇ, ਸੰਕੋਚ ਕੇ ਤੇ ਕੇਵਲ ਗੁਰੂ ਚਰਨਾਂ ਦੇ ਵਿੱਚ ਜੋੜ ਲੈਂਦੇ ਹਨ। ਇਸ ਕਰਕੇ ਉਹਨਾਂ ਨੂੰ ਕੇਵਲ ਤੇ ਕੇਵਲ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਇਹੀ ਮਿੱਠਾ ਲੱਗਦਾ ਹੈ ਜੀ। ਆਨ ਸਵਾਦ ਸਭ ਫੀਕਿਆ, ਕਰ ਨਰਨੋ ਡੀਠਾ। ਨਿਰਣੋ ਦਾ ਅਰਥ ਹੁੰਦਾ ਫੈਸਲਾ, ਡੀਠਾ ਦਾ ਅਰਥ ਹੁੰਦਾ ਵੇਖ ਲਿਆ। ਧੰਨ ਗੁਰੂ ਅਰਜਨ ਦੇਵ ਜੀ ਰਹਿਮਤ ਕਰਦੇ ਨੇ, ਅਸੀਂ ਫੈਸਲਾ ਕਰਕੇ ਵੇਖ ਲਿਆ ਇਸ ਗੱਲ ਦਾ ਕਿ ਜਿਹੜੇ ਭਗਤ ਨੇ, ਪਰਮਾਤਮਾ ਦਾ ਨਾਮ ਜਪਣ ਵਾਲੇ ਨੇ, ਸਿਮਰਨ ਕਰਨ ਵਾਲੇ ਨੇ, ਉਹਨਾਂ ਨੂੰ ਕੇਵਲ ਤੇ ਕੇਵਲ ਪ੍ਰਭੂ ਪਰਮਾਤਮਾ ਦਾ ਨਾਮ ਹੀ ਚੰਗਾ ਲੱਗਦਾ ਹੈ। ਆਨ ਸਵਾਦ, ਹੋਰ ਜਿੰਨੇ ਵੀ ਸਵਾਦ ਨੇ, ਇਹ ਖਾਣ ਦਾ ਸਵਾਦ ਹੈ, ਪੀਣ ਦਾ ਸਵਾਦ ਹੈ, ਸੁਣਨ ਦਾ, ਵੇਖਣ ਦਾ, ਸਪਰਸ਼ਤਾਈ ਦਾ, ਇਹ ਸਾਰੇ ਸਵਾਦ ਨੇ, ਸਭ ਫੀਕਿਆ। ਉਹਨਾਂ ਨੂੰ ਇਹ ਕੁਝ ਵੀ ਚੰਗਾ ਨਹੀਂ ਲੱਗਦਾ, ਸਾਰੇ ਦੇ ਸਾਰੇ ਫਿੱਕੇ ਲੱਗਦੇ ਨੇ।
ਸੱਚੇ ਸਤਿਗੁਰ ਕਿਰਪਾ ਕਰਦੇ ਨੇ। ਕਾਰਨ ਨਿਰਨੋ ਡੀਠਾ ਪਾਈਏ, ਫੈਸਲਾ ਕਰਕੇ ਅਸੀਂ ਵੇਖ ਲਿਆ ਹੈ ਜੀ। ਅਗਿਆਨ ਭਰਮ ਦੁਖ ਕਟਿਆ, ਗੁਰ ਭਏ ਵਸੀਠਾ। ਸੱਚੇ ਸਤਿਗੁਰ ਦੀ ਕਿਰਪਾ ਹੋ ਜਾਂਦੀ ਹੈ, ਜਿਨ੍ਹਾਂ ਦੇ ਅੰਦਰ ਪ੍ਰਭੂ ਪਰਮਾਤਮਾ ਦੀ ਭਗਤੀ ਚੱਲ ਪੈਂਦੀ ਹੈ, ਨਾਮ ਚੱਲ ਪੈਂਦਾ, ਸਿਮਰਨ ਵਾਲਾ ਸੁਭਾਅ ਬਣ ਜਾਂਦਾ, ਅਭਿਆਸੀ ਹੋ ਜਾਂਦੇ ਨੇ, ਤੇ ਸਾਰੇ ਪ੍ਰਕਾਰ ਦੇ ਸਵਾਦਾਂ ਦੇ ਵੱਲੋਂ ਮਨ ਜਿਹੜਾ ਮੁੜ ਜਾਂਦਾ ਏ। ਗੁਰੂ ਕਿਰਪਾ ਕਰਦਾ ਹੈ, ਇਸ ਦੇ ਨਾਲ ਫਿਰ ਅਗਿਆਨਤਾ ਦਾ ਜਿਹੜਾ ਹਨੇਰਾ ਹੈ ਨਾ, ਇਹ ਵੀ ਦੂਰ ਹੋ ਜਾਂਦਾ ਹੈ। ਅਗਿਆਨ ਭਰਮ ਦੁੱਖ ਕੱਟਿਆ। ਅਗਿਆਨਤਾ ਦੇ ਕਾਰਨ ਮਨੁੱਖ ਨੂੰ ਭਰਮ ਪੈਂਦਾ ਹੈ, ਤੇ ਇਹ ਭਰਮ ਹੈ ਜਿਹੜਾ ਇਹ ਫਿਰ ਦੁੱਖ ਰੂਪ ਹੁੰਦਾ ਹੈ। ਇਹਨੂੰ ਗੁਰਬਾਣੀ ਦੇ ਅੰਦਰ ਵੀ ਤੇ ਵਿਦਾਂਤ ਦੇ ਅੰਦਰ ਵੀ ਇਸ ਤਰ੍ਹਾਂ ਸਮਝਾਇਆ, ਜਿਵੇਂ ਥੋੜਾ ਜਿਹਾ ਹਨੇਰਾ ਹੋਵੇ, ਥੋੜਾ ਜਿਹਾ ਪ੍ਰਕਾਸ਼ ਹੋਵੇ, ਭਾਵ ਥੋੜਾ ਜਿਹਾ ਦਿਸਦਾ ਹੋਵੇ ਤੇ ਰੱਸੀ ਪਈ ਹੋਵੇ ਨਾ। ਹੁਣ ਇਹ ਅਗਿਆਨਤਾ ਦਾ ਹਨੇਰਾ ਜਿਹੜਾ, ਇਹਦੇ ਕਾਰਨ ਇਹ ਰੱਸੀ ਜਿਹੜੀ, ਇਹਦਾ ਭਰਮ ਪੈ ਗਿਆ ਵੀ ਸੱਪ ਤੇ ਅੰਦਰ ਦੁੱਖ ਹੋ ਗਿਆ ਸੱਪ ਦੇ ਡਰ ਦਾ। ਇਸੇ ਤਰ੍ਹਾਂ ਜਿਹੜੀ ਅਗਿਆਨਤਾ ਹੈ ਸਾਡੇ ਅੰਦਰ, ਉਸ ਅਗਿਆਨਤਾ ਦਾ ਜਿਹੜਾ ਹਨੇਰਾ ਹੈ, ਉਹਦੇ ਨਾਲ ਸਾਡੇ ਅੰਦਰ ਕਈ ਪ੍ਰਕਾਰ ਦੇ ਭਰਮ ਨੇ ਜਿਹੜੇ ਉਹ ਪੈ ਜਾਂਦੇ ਨੇ, ਤੇ ਫਿਰ ਉਹ ਭਰਮ ਨੇ ਜਿਹੜੇ ਉਹ ਦੁੱਖ ਰੂਪ ਹੋ ਕੇ ਸਾਨੂੰ ਭੋਗਣੇ ਪੈਂਦੇ ਨੇ। ਅਸੀਂ ਤੁਰੇ ਜਾਂਦੇ ਹਾਂ, ਅੱਗੇ ਕੋਈ ਝਾੜੀ ਖੜੀ ਏ, ਅਚਨਚੇਤ ਸਾਡੀ ਨਿਗਾਹ ਪੈ ਗਈ ਏ ਤੇ ਲੱਗਦਾ ਇਸ ਤਰ੍ਹਾਂ ਭਰਮ ਹੋ ਗਿਆ ਵੀ ਕੋਈ ਬੰਦਾ ਖੜਾ ਏ, ਤੇ ਡਰ ਹੋ ਗਿਆ ਵੀ ਰਾਤ ਦਾ ਸਮਾਂ ਅਸੀਂ ਇਕੱਲੇ ਆ, ਕਿਤੇ ਕੋਈ ਲੁੱਟ ਖੋਹ ਵਾਲਾ ਨਾ ਹੋਵੇ। ਹੁਣ ਇਸ ਤਰ੍ਹਾਂ ਦੁੱਖ ਹੋ ਗਿਆ, ਤੇ ਇਹ ਭਰਮ ਹੈ ਜਿਹੜਾ ਉਸ ਮਨੁੱਖ ਦੇ ਅੰਦਰ ਹੁੰਦਾ ਏ, ਜਿੰਦੇ ਅੰਦਰ ਅੱਧਾ ਗਿਆਨ ਤੇ ਅੱਧਾ ਪ੍ਰਕਾਸ਼ ਹਨੇਰਾ ਅਗਿਆਨ ਹੋਵੇ। ਜਿਸ ਦੇ ਅੰਦਰ ਅੱਧਾ ਗਿਆਨ ਤੇ ਅੱਧਾ ਅਗਿਆਨ ਹੋਵੇ ਨਾ, ਵਿੱਚ ਵਿਚਾਲੇ ਜੋ ਹੋਵੇ, ਉਹਦੇ ਅੰਦਰ ਭਰਮ ਹੁੰਦਾ ਹੈ। ਜਿਹੜਾ ਬਿਲਕੁਲ ਅਗਿਆਨੀ ਹੈ ਉਹਨੂੰ ਵੀ ਕੋਈ ਭਰਮ ਨਹੀਂ ਹੁੰਦਾ, ਤੇ ਜਿਹੜਾ ਗਿਆਨ ਵਾਲਾ ਉਹਨੂੰ ਵੀ ਕੋਈ ਭਰਮ ਨਹੀਂ ਜੇ ਹੁੰਦਾ। ਇਹਨੂੰ ਇਸ ਤਰ੍ਹਾਂ ਸਮਝ ਲਓ, ਪੂਰਾ ਹਨੇਰਾ ਹੋਵੇ, ਆਪਾਂ ਨੂੰ ਦਿਸਦਾ ਹੀ ਕੁਝ ਨਾ ਹੋਵੇ। ਜਦੋਂ ਦਿਸਦਾ ਹੀ ਕੁਝ ਨਹੀਂ, ਤੇ ਫਿਰ ਭਾਵੇਂ ਰੱਸੀ ਹੋਵੇ, ਭਾਵੇਂ ਸੱਪ ਹੋਵੇ, ਆਪਾਂ ਅੱਖਾਂ ਮੀਟ ਕੇ ਕੋਲੋਂ ਲੰਘ ਹੀ ਜਾਣਾ। ਜਦੋਂ ਦਿਸੇ ਨਹੀਂ, ਜੇ ਦਿਸੂਗਾ ਤੇ ਡਰ ਤਾਂ ਫੇਰ ਹੀ ਲੱਗੇਗਾ ਨਾ, ਭਰਮ ਤਾਂ ਫੇਰ ਹੀ ਹੋਏਗਾ ਨਾ। ਇਸ ਤਰ੍ਹਾਂ ਜਿਹੜਾ ਅਗਿਆਨੀ ਮਨੁੱਖ, ਉਹਨੂੰ ਪਤਾ ਹੀ ਨਹੀਂ ਮੈਂ ਕਰ ਕੀ ਰਿਹਾ, ਉਹਦੇ ਵਾਸਤੇ ਚਾਰੇ ਪਾਸੇ ਹਨੇਰੇ ਹੀ ਹਨੇਰਾ, ਤੇ ਫਿਰ ਉਹਨੂੰ ਭਰਮ ਵਹਿਮ ਕਾਹਦਾ ਹੋਣਾ, ਉਹਨੂੰ ਕੋਈ ਭਰਮ ਨਹੀਂ ਹੋਏਗਾ। ਆਪਣੇ ਗੁਰੂ ਘਰ ਇੱਥੇ ਨਗਰ ਦੇ ਵਿੱਚ ਮੈਨੂੰ ਲੱਗਦਾ 4-5 ਗੁਰਦੁਆਰਾ ਸਾਹਿਬ ਸਥਾਨ ਬਣੇ ਹੋਏ ਨੇ, ਜ਼ਿਆਦਾ ਵੀ ਹੋ ਸਕਦੇ ਨੇ, ਗਿਣੇ ਤਾਂ ਮੈਂ ਹੈ ਨਹੀਂ। ਤੇ ਇਹਨਾਂ ਦੇ ਵਿੱਚ ਕਈ ਇਸ ਤਰ੍ਹਾਂ ਦੇ ਵੀ ਵਸਿੰਦੇ ਨੇ ਨਗਰ ਦੇ ਵਿੱਚ, ਉਹਨਾਂ ਨੂੰ ਇਹ ਹੀ ਨਹੀਂ ਪਤਾ ਵੀ ਗੁਰਪੁਰਬ ਕਦੋਂ ਹੈ, ਸੰਗਰਾਂਦ ਕਦੋਂ ਹੁੰਦੀ ਹੈ, ਤੇ ਮੱਸਿਆ ਕਦੋਂ ਹੁੰਦੀ। ਭਾਵ ਉਹਨਾਂ ਨੂੰ ਕੋਈ ਸੋਝੀ ਨਹੀਂ ਗੁਰੂ ਘਰ ਦੀ, ਗੁਰੂ ਘਰ ਨਹੀਂ ਆਉਂਦੇ ਉਹ, ਉਹਨਾਂ ਨੂੰ ਪਤਾ ਹੀ ਨਹੀਂ ਵੀ ਧਾਰਮਿਕ ਚੀਜ਼ ਕੀ ਹੁੰਦੇ। ਬਸ ਸਵੇਰੇ ਉੱਠ ਕੇ ਚਾਹ ਪਾਣੀ ਪੀ ਲਿਆ, ਚਾਹ ਪਾਣੀ ਪੀ ਕੇ ਆਪਣੀ ਡਿਊਟੀ ਤੇ ਗਏ ਚਲੇ, ਸ਼ਾਮ ਨੂੰ ਆਣ ਕੇ ਫਿਰ ਉਸੇ ਤਰ੍ਹਾਂ ਕਰੇ। ਉਹਨਾਂ ਨੂੰ ਕੁਝ ਵੀ ਪਤਾ ਨਹੀਂ ਹੈਗਾ, ਨਾ ਬਾਣੀ ਪੜ੍ਹਨ ਦਾ, ਨਾ ਨਿਤਨੇਮ ਦਾ, ਨਾ ਕਿਸੇ ਹੋਰ ਧਾਰਮਿਕ ਕਿਰਿਆ ਦਾ। ਸੋ ਇਸ ਤਰ੍ਹਾਂ ਜਿਨ੍ਹਾਂ ਦੇ ਅੰਦਰ ਅਗਿਆਨਤਾ ਹੈ, ਉਹਨਾਂ ਦੇ ਅੰਦਰ ਵੀ ਭਰਮ ਨਹੀਂ ਹੋਏਗਾ। ਤੇ ਜਿਹੜਾ ਗਿਆਨਵਾਨ ਹੋ ਗਿਆ, ਉਹ ਪੂਰਾ ਪ੍ਰਕਾਸ਼ ਚਾਨਣ ਹੋ ਗਿਆ, ਤੇ ਫਿਰ ਵੀ ਸਾਨੂੰ ਭਰਮ ਨਹੀਂ ਪੈਂਦਾ। ਝਾੜੀ ਦਿਸੇਗੀ, ਰੱਸੀ ਦਿਸੇਗੀ, ਸੱਪ ਦਿਸੇਗਾ। ਸੋ ਸੱਚੇ ਸਤਿਗੁਰ ਕਿਰਪਾ ਕਰਦੇ ਨੇ, ਅਗਿਆਨ ਭਰਮ ਦੁੱਖ ਕੱਟਿਆ। ਗੁਰੂ ਨੇ ਗਿਆਨ ਦਾ ਪ੍ਰਕਾਸ਼ ਕਰਤਾ, ਇਸ ਕਰਕੇ ਗਿਆਨ ਕਰਕੇ ਭਰਮ ਬਣ ਕੇ ਜਿਹੜੇ ਦੁੱਖ ਹੁੰਦੇ ਸਨ ਉਹ ਕੱਟੇ ਗਏ ਨੇ। ਗੁਰ ਭੈ ਬਸੀਠਾ, ਗੁਰੂ ਦੀ ਰਹਿਮਤ ਕਿਰਪਾ ਬਖਸ਼ਿਸ਼ ਹੋਈਏ, ਬਖਸ਼ਿਸ਼ ਕੀਤੀ ਹੈ ਜੀ। ਚਰਨ ਕਮਲ ਮਨ ਬੇਦਿਆ, ਜਿਉ ਰੰਗ ਮਜੀਠਾ। ਤੇ ਸੱਚੇ ਸਤਿਗੁਰ ਦੀ ਕਿਰਪਾ ਦੇ ਨਾਲ ਗੁਰੂ ਦੇ ਚਰਨ ਨੇ ਜਿਹੜੇ ਇਹ ਕਮਲ ਰੂਪ ਨੇ, ਤੇ ਮਨ ਜਿਹੜਾ ਇਹਨਾਂ ਦੀ ਪ੍ਰੀਤ ਦੇ ਵਿੱਚ ਵਿੰਨਿਆ ਗਿਆ, ਜੋ ਰੰਗ ਮਜੀਠਾ। ਇਹ ਦੋ ਰੰਗਾਂ ਦਾ ਜ਼ਿਕਰ ਆਉਂਦਾ ਗੁਰਬਾਣੀ ਦੇ ਅੰਦਰ, ਇੱਕ ਕੁਸੁੰਭਾ ਤੇ ਦੂਜਾ ਮਜੀਠੀਆ ਰੰਗ। ਇਹ ਮਜੀਠੀਆ ਰੰਗ ਹੈ ਜਿਹੜਾ ਇਹ ਪੱਕੇ ਵਾਸਤੇ ਹੁੰਦਾ, ਤੇ ਕੁਸੁੰਭ ਜਿਹੜਾ ਇੱਕ ਫੁੱਲ ਹੁੰਦਾ ਹੈ, ਇਹ ਰਾਤ ਨੂੰ ਖਿੜਦਾ। ਜਦੋਂ ਸੂਰਜ ਦੀ ਧੁੱਪ ਨਿਕਲਦੀ ਹੈ, ਕਿਰਨਾਂ ਪੈਂਦੀਆਂ ਨੇ, ਤੇ ਉਦੋਂ ਇਹ ਰੰਗ ਫਿੱਟ ਜਾਂਦਾ ਹੈ। ਜਿੱਥੇ ਕੱਚੇ ਦਾ ਜ਼ਿਕਰ ਹੋਵੇ, ਉੱਥੇ ਗੁਰੂ ਮਹਾਰਾਜ ਜੀ ਨੇ ਕੁਸੁੰਭੜੇ ਦਾ ਫੁੱਲ ਆਖ ਕੇ ਨਾ, ਤੇ ਸਾਨੂੰ ਦੱਸਿਆ ਵੀ ਜਿਵੇਂ ਇਹ ਫੁੱਲ ਹੁੰਦਾ, ਵੇਖਣ ਨੂੰ ਬੜਾ ਸੋਹਣਾ ਲੱਗਦਾ, ਪਰ ਮਾੜਾ ਜਿਹਾ ਜੇ ਪਾਣੀ ਦਾ ਛਿੱਟਾ ਪੈ ਜਾਵੇ ਜਾਂ ਸੂਰਜ ਦੀ ਮਾੜੀ ਜੀ ਧੁੱਪ ਲੱਗੇ, ਤੇ ਇਹ ਰੰਗ ਉੱਡ ਜਾਂਦਾ। ਤੇ ਮਜੀਠੀਆ ਵੀ ਫੁੱਲ ਹੁੰਦਾ, ਪਹਿਲੂ ਜੜੀਆਂ ਬੂਟੀਆਂ ਤੋਂ ਹੀ ਰੰਗ ਤਿਆਰ ਕੀਤੇ ਜਾਂਦੇ ਸੀ। ਇਹਦਾ ਰੰਗ ਜਿਹੜਾ ਚੰਗੀ ਤਰ੍ਹਾਂ ਇਹਨੂੰ ਉਬਾਲ ਕੇ ਜਿਹੜੇ ਕੱਪੜੇ ਨੂੰ ਚੜਾਇਆ ਜਾਵੇ, ਫਿਰ ਨਹੀਂ ਲੈਂਦਾ।
ਸੋ ਸੱਚੇ ਸਤਿਗੁਰ ਕਿਰਪਾ ਕਰਦੇ ਨੇ, ਚਰਨ ਕਮਲ ਮਨ ਵੇਦਿਆ। ਜਿਨ੍ਹਾਂ ਦਾ ਮਨ ਗੁਰੂ ਦੇ ਚਰਨਾਂ ਕਮਲਾਂ ਦੇ ਨਾਲ ਵਿੰਨਿਆ ਗਿਆ ਹੈ ਨਾ, ਜਿਉ ਰੰਗ ਮਜੀਠਾ, ਉਹਨਾਂ ਦਾ ਮਨ ਇਸ ਤਰ੍ਹਾਂ ਗੁਰੂ ਚਰਨਾਂ ਦੇ ਨਾਲ ਜੁੜ ਗਿਆ, ਜਾਂ ਗੁਰੂ ਦੇ ਚਰਨ ਉਹਨਾਂ ਦੇ ਮਨ ਦੇ ਉੱਤੇ ਇਸ ਤਰ੍ਹਾਂ ਪ੍ਰੇਮ ਵਾਲੇ ਹੋ ਗਏ ਨੇ ਜਿਵੇਂ ਮਜੀਠੀਆ ਰੰਗ ਜਿਹੜਾ ਕੱਪੜੇ ਤੇ ਚੜ ਜਾਂਦਾ ਤੇ ਫਿਰ ਫਿੱਟਦਾ ਨਹੀਂ ਹੈ ਜੀ। ਜੀਉ ਪ੍ਰਾਣ ਤਨ ਮਨ ਪ੍ਰਭੂ ਬਿਨਸੇ ਸਭ ਝੂਠਾ। ਤੇ ਸੱਚੇ ਸਤਿਗੁਰ ਅੱਗੇ ਕਿਰਪਾ ਕਰਦੇ ਨੇ, ਜੀਓ ਇਹ ਸਾਡੀ ਜ਼ਿੰਦਗੀ ਹੈ, ਜੀਵਨ ਹੈ, ਪ੍ਰਾਣ ਸਾਡੇ ਸਵਾਸ ਚੱਲ ਰਹੇ ਨੇ, ਤਨ ਸਰੀਰ ਹੈ ਤੇ ਮਨ ਜਿਹੜਾ ਵਿਚਾਰਾਂ ਦਾ ਸਮੂਹ ਹੈ। ਪ੍ਰਭੂ ਕਿਰਪਾ ਦੇ ਨਾਲ, ਸੱਚੇ ਸਤਿਗੁਰ ਦੀ ਰਹਿਮਤ ਦੇ ਨਾਲ ਬਿਨਸੇ ਸਭ ਝੂਠਾ, ਜਿਹੜਾ ਝੂਠ ਹੈ ਨਾ ਉਹਦਾ ਨਾਸ ਹੋ ਗਿਆ। ਹੁਣ ਨਾ ਤਾਂ ਜੀਵਨ ਹੈ ਜਿਹੜਾ ਇਹਦੇ ਵਿੱਚ ਕੋਈ ਝੂਠ ਹੈ, ਤੇ ਪ੍ਰਾਣ ਸਵਾਸ ਨੇ ਜਿਹੜੇ ਇਹ ਵੀ ਹੁਣ ਝੂਠੇ ਨਹੀਂ ਚੱਲਦੇ। ਹੁਣ ਜੀਵਨ ਹੈ ਜਿਹੜਾ ਇਹ ਝੂਠਾ ਕਿਵੇਂ ਹੈ? ਜਦੋਂ ਜੀਵਨ ਦੇ ਵਿੱਚ ਅਸੀਂ ਮਾੜਾ ਕੰਮ ਕਰਦੇ ਹਾਂ ਨਾ, ਉਦੋਂ ਝੂਠਾ ਹੋ ਜਾਂਦਾ ਹੈ। ਸਾਡੇ ਵਿਦਿਆ ਦਾਤੇ ਕਿਹਾ ਕਰਦੇ ਸਨ, ਪ੍ਰਾਣੀ ਦੇ ਹੱਥ ਹੀ ਉਦੋਂ ਝੂਠੇ ਹੁੰਦੇ ਨੇ ਜਦੋਂ ਇਹਨਾਂ ਹੱਥਾਂ ਦੇ ਨਾਲ ਕੁਕਰਮ ਕਰਦਾ ਹੈ, ਉਦੋਂ ਸਾਡੇ ਹੱਥ ਝੂਠੇ ਹੋ ਜਾਂਦੇ ਨੇ। ਇਸੇ ਤਰ੍ਹਾਂ ਪੈਰ ਮਾੜੇ ਪਾਸੇ ਤੁਰ ਕੇ ਜਾਂਦੇ ਨੇ, ਪੈਰ ਝੂਠੇ ਹੋ ਜਾਂਦੇ ਨੇ। ਨੇਤਰ ਬੁਰਾ ਵੇਖਦੇ ਨੇ, ਨੇਤਰ ਝੂਠੇ ਹੋ ਜਾਂਦੇ ਨੇ। ਹੁਣ ਗੁਰੂ ਜੀ ਰਹਿਮਤ ਕਰਦੇ ਨੇ, ਜੀਵਨ ਜਿਹੜਾ ਇਹ ਸੱਚ ਦੇ ਨਾਲ ਜੁੜ ਗਏ, ਪ੍ਰਾਣ ਹਰ ਇੱਕ ਸਵਾਸ ਦੇ ਨਾਲ ਜਦੋਂ ਵਾਹਿਗੁਰੂ ਵਾਹਿਗੁਰੂ ਜਪਦੇ ਆ ਤੇ ਫਿਰ ਇਹ ਵੀ ਝੂਠੇ ਨਹੀਂ ਹੁੰਦੇ। ਇਹ ਵੀ ਸੱਚ ਦੇ ਨਾਲ ਜੁੜ ਕੇ ਸੱਚੇ ਹੋ ਜਾਂਦੇ ਨੇ। ਇਸ ਤਰ੍ਹਾਂ ਤਨ ਦੇ ਨਾਲ ਜਦੋਂ ਸੇਵਾ ਕਰਦੇ ਆ ਤੇ ਤਨ ਵੀ ਸੱਚਾ ਹੋ ਜਾਂਦਾ। ਮਨ ਦੇ ਨਾਲ ਜਦੋਂ ਪ੍ਰਭੂ ਦਾ ਸਿਮਰਨ ਯਾਦ ਬਣ ਜਾਂਦੀ ਹੈ ਤੇ ਇਹ ਵੀ ਸੱਚਾ ਹੋ ਜਾਂਦਾ। ਇਹ ਵੀ ਝੂਠਾ ਨਹੀਂ ਰਹਿੰਦਾ, ਨਾ ਹੀ ਇਹ ਝੂਠਾ ਰਹਿੰਦਾ। ਹੁਣ ਗੁਰੂ ਜੀ ਰਹਿਮਤ ਕਰਦੇ, ਬਿਨਸੇ ਸਭ ਝੂਠਾ, ਜਿਹੜਾ ਝੂਠ ਸੀ ਨਾ ਉਹਦਾ ਨਾਸ ਹੋ ਗਿਆ ਹੈ ਜੀ। ਸ਼ਲੋਕ ਤਿਅਕਤ ਜਲੰ ਨਹਿ ਜੀਵ ਮੀਨੰ ਨਹਿ ਤਿਆਗ ਚਾਤ੍ਰਿਕ ਮੇਘ ਮੰਡਲ ਹੈ। ਇਸ ਪਾਵਨ ਸ਼ਲੋਕ ਦੇ ਅੰਦਰ ਸੱਚੇ ਸਤਿਗੁਰ ਨੇ ਉਸ ਪ੍ਰਭੂ ਪਰਮਾਤਮਾ ਦੀ ਪ੍ਰੀਤ ਤੇ ਜਿਹੜੀ ਕੁਝ ਦ੍ਰਿਸ਼ਟਾਂਤ ਦੇ ਕੇ ਸਾਨੂੰ ਸਮਝਾਇਆ ਕੀਤਾ। ਜਿਵੇਂ ਮੱਛੀ ਇਹ ਪਾਣੀ ਤੋਂ ਬਿਨਾਂ ਨਹੀਂ ਰਹਿ ਸਕਦੀ, ਤੇ ਚਾਤ੍ਰਿਕ ਜਿਹੜਾ ਇਹ ਸਵਾਂਤੀ ਬੂੰਦ ਤੋਂ ਬਿਨਾਂ, ਮੇਘ ਦੀ ਬੂੰਦ ਤੋਂ ਬਿਨਾਂ ਇਹ ਨਹੀਂ ਰਹਿ ਸਕਦਾ। ਉਸੇ ਤਰ੍ਹਾਂ ਜਿਨ੍ਹਾਂ ਦਾ ਪ੍ਰਭੂ ਪਰਮਾਤਮਾ ਦੇ ਨਾਲ ਪ੍ਰੇਮ ਹੋ ਗਿਆ, ਸੱਚੇ ਸਤਿਗੁਰ ਦੇ ਚਰਨਾਂ ਦੇ ਨਾਲ ਜੁੜ ਗਏ ਨੇ, ਉਹਨਾਂ ਦੀ ਅੰਦਰ ਦੀ ਅਵਸਥਾ ਵੀ ਇਸੇ ਤਰ੍ਹਾਂ ਬਣ ਜਾਂਦੀ ਜਿਵੇਂ ਧੰਨ ਗੁਰੂ ਅਮਰਦਾਸ ਜੀ ਸੱਚੇ ਸਤਿਗੁਰ ਨੇ ਗੁਰੂ ਅੰਗਦ ਦੇਵ ਜੀ ਨੂੰ ਪ੍ਰੀਤ ਕੀਤੀ ਸੀ ਨਾ, ਤੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਜਦੋਂ ਯਾਦ ਕਰਦੇ ਤੇ ਉਧਰ ਖਿੱਚ ਪੈ ਜਾਂਦੀ। ਗੁਰੂ ਅੰਗਦ ਦੇਵ ਜੀ ਸੰਗਤਾਂ ਨੂੰ ਕਹਿੰਦੇ, ਚਲੋ ਭਾਈ ਆਪਾਂ ਜਾਣਾ ਹੈ ਗੋਇੰਦਵਾਲ ਸਾਹਿਬ। ਧੰਨ ਗੁਰੂ ਅਮਰਦਾਸ ਜੀ ਯਾਦ ਕਰ ਰਹੇ ਨੇ। ਤਿਆਗਤ ਜਲੰ ਨਹਿ ਜੀਵ ਮੀਨੰ, ਮੱਛੀ ਹੈ ਜਿਹੜੀ ਪਾਣੀ ਨੂੰ ਛੱਡ ਕੇ ਜਿਉ ਨਹੀਂ ਸਕਦੀ। ਨਹਿ ਤਿਆਗ ਚਾਤ੍ਰਿਕ, ਤੇ ਜਿਹੜਾ ਚਾਤ੍ਰਿਕ ਪਵਈ ਹੈ ਨਾ ਇਹ ਨਹੀਂ ਛੱਡ ਸਕਦਾ। ਕਿਹਨੂੰ? ਮੇਘ ਮੰਡਲ ਹੈ, ਜਿਹੜਾ ਮੇਘ ਮੰਡਲ ਹੈ ਭਾਵ ਮੇਘ ਮਾਲਾ ਜਿਹੜੀ, ਇਹਨੂੰ ਇਹ ਨਹੀਂ ਛੱਡ ਸਕਦਾ। ਇਹਨੂੰ ਚਿਤਾਰਦਾ ਰਹਿੰਦਾ, ਚੇਤੇ ਕਰਦਾ ਰਹਿੰਦਾ ਹੈ। ਦੋ ਦ੍ਰਿਸ਼ਟਾਂਤ ਦਿੱਤੇ ਨੇ। ਮੱਛੀ ਹੈ ਜਿਹੜੀ ਇਹ ਪਾਣੀ ਤੋਂ ਬਿਨਾਂ ਨਹੀਂ ਰਹਿ ਸਕਦੀ, ਤੇ ਪਪੀਆ ਜਿਹੜਾ ਇਹ ਬੱਦਲਾਂ ਨੂੰ ਚੇਤੇ ਕਰੇ ਤੋਂ ਬਿਨਾਂ ਨਹੀਂ ਰਹਿ ਸਕਦਾ। ਉਸੇ ਤਰ੍ਹਾਂ ਜਿਹੜਾ ਗੁਰਮੁਖ ਪਿਆਰਾ ਹੈ ਨਾ, ਉਹ ਗੁਰੂ ਤੋਂ ਬਿਨਾਂ ਨਹੀਂ ਰਹਿ ਸਕਦਾ, ਗੁਰੂ ਦੀ ਸੰਗਤ ਤੋਂ ਬਿਨਾਂ ਨਹੀਂ ਰਹਿ ਸਕਦਾ। ਤੇ ਮਨ ਦੇ ਵਿੱਚ ਜਿਵੇਂ ਪਪੀਏ ਮੇਘ ਮੰਡਲ ਪਈ ਬੱਦਲ ਆਉਣ ਤੇ ਮੀਂਹ ਪਵੇ ਤੇ ਮੇਰੀ ਪਿਆਸ ਬੁਝੇ, ਇਸੇ ਤਰ੍ਹਾਂ ਪ੍ਰਭੂ ਪਰਮਾਤਮਾ ਦੀ ਚਿੰਤਮਨੀ ਚੱਲਦੀ ਰਹਿੰਦੀ ਹੈ ਜੀ। ਬਾਣ ਵੇਦੰਚ ਕੁਰੰਕ ਨਾਦੰ ਆਲ ਬੰਧਨ ਕੁਸਮ ਬਾਸਨ ਹੈ। ਅੱਗੇ ਗੁਰੂ ਮਹਾਰਾਜ ਜੀ ਨੇ ਇੱਕ ਹੋਰ ਦ੍ਰਿਸ਼ਟਾਂਤ ਦਿੱਤਾ। ਮਿਲ ਕੇ ਜਿਹੜਾ ਇਹ ਘੇੜੇ ਹੰਡੇ ਦਾ ਜਿਹੜਾ ਸ਼ਬਦ ਹੈ ਨਾ, ਇਹਨੂੰ ਨਹੀਂ ਛੱਡ ਸਕਦਾ। ਜਿਵੇਂ ਇਹਦੇ ਕੰਨਾਂ 'ਚ ਪਏਗਾ ਨਾ ਘੇੜੇ ਹੰਡੇ ਦਾ ਸ਼ਬਦ, ਉਵੇਂ ਉਵੇਂ ਉਹਦੇ ਨਜ਼ਦੀਕ ਆਏਗਾ। ਜਦੋਂ ਕਿ ਇਹਨੂੰ ਪਤਾ ਹੁੰਦਾ ਕਿ ਸ਼ਿਕਾਰੀ ਦੀ ਇੱਕ ਚਾਲ ਹੈ ਤੇ ਉਹ ਮੈਨੂੰ ਤੀਰ ਮਾਰ ਕੇ ਮਾਰ ਦੇਵੇਗਾ, ਉਹ ਮੈਨੂੰ ਪਕੜ ਲਵੇਗਾ। ਸੋ ਗੁਰੂ ਜੀ ਰਹਿਮਤ ਕਰਦੇ ਨੇ ਸੱਚੇ ਸਤਿਗੁਰ ਜੀ, ਬਾਣ ਬੇਦੰਚ, ਬਾਣ ਦੇ ਨਾਲ ਵਿੰਨਿਆ ਜਾਵੇਗਾ। ਕੁਰੰਗ, ਕੁਰੰਗ ਕਹਿੰਦੇ ਨੇ ਮਿਰਗ ਨੂੰ। ਨਾਦੰ, ਆਵਾਜ਼ ਦੇ ਨਾਲ। ਕਿੰਦੀ? ਕਿਹੜੇ ਹੰਡੇ ਦੀ ਆਵਾਜ਼ ਦੇ ਨਾਲ ਵਿੰਨਿਆ ਜਾਣਾ। ਇਹ ਨਾ ਇੱਕ ਇਸ ਤਰ੍ਹਾਂ ਦਾ ਹੁੰਦਾ ਹੈ, ਤੌੜਾ ਲੈ ਕੇ ਉਹਦੇ ਉੱਤੇ ਨਾ ਬਰੀਕ ਖਾਲੇ ਜਿਹੜੀ ਉਹ ਮੂੰਹ ਦੇ ਉੱਤੇ ਘੁੱਟ ਕੇ ਕੱਸ ਕੇ ਬੰਨੀ ਜਾਂਦੀ ਹੈ, ਜਿਵੇਂ ਢੋਲਕੀ ਦੇ ਉੱਤੇ ਮੜੀ ਜਾਂਦੀ ਉਸ ਤਰ੍ਹਾਂ।
ਤੇ ਇਹਦੇ ਵਿੱਚ ਵਿਚਾਲੇ ਸੈਂਟਰ ਦੇ ਇੱਕ ਮੋਹਰੀ ਕੀਤੀ ਜਾਂਦੀ ਹੈ। ਉਹਦੇ ਵਿੱਚ ਲੋਹੇ ਦੀ ਸਲਾਈ ਨਾ, ਜਿਵੇਂ ਆਪਣੇ ਚਰਖੇ ਤੇ ਤਕਲਾ ਹੁੰਦਾ, ਇਸ ਤਰ੍ਹਾਂ ਸਲਾਈ ਜਿਹੜੀ ਹੈ ਉਹ ਉੱਪਰ ਨੀਚੇ ਇੱਕ ਢੰਗ ਤਰੀਕੇ ਦੇ ਨਾਲ ਕੀਤੀ ਜਾਂਦੀ, ਤੇ ਫਿਰ ਇਹਦੇ ਵਿੱਚੋਂ ਸੁਰ ਨਿਕਲਦੀ ਹੈ ਬੜੀ ਸੋਹਣੀ। ਉਸ ਸੁਰ ਨੂੰ, ਉਸ ਆਵਾਜ਼ ਨੂੰ ਸੁਣ ਕੇ ਤੇ ਮਿਰਗੇ ਜਿਹੜਾ ਇਹ ਨਹੀਂ ਰਹਿ ਸਕਦਾ, ਉੱਥੇ ਆਵੇਗਾ। ਜਿਵੇਂ ਬੀਨ ਨੂੰ ਸੁਣ ਕੇ ਸੱਪ ਨਹੀਂ ਰਹਿ ਸਕਦਾ, ਉਸੇ ਤਰ੍ਹਾਂ ਹੁਣ ਇਹਨੂੰ ਪਤਾ ਹੁੰਦਾ ਵੀ ਮੈਨੂੰ ਵਿੰਨ ਦੇਣਗੇ, ਮਾਰ ਦੇਣਗੇ। ਤੇ ਇੱਕ ਅੱਗੇ ਦ੍ਰਿਸ਼ਟਾਂਤ ਦਿੱਤਾ, ਅਲ ਕਹਿੰਦੇ ਨੇ ਭਵਰੇ ਨੂੰ ਬੰਧਨ। ਇਹ ਬੰਧਨ ਦੇ ਵਿੱਚ ਪੈ ਜਾਂਦਾ। ਕੁਸੁਮ ਵਾਸਨਾ ਹੈ ਕਮਲ ਦੇ ਫੁੱਲ ਦੇ, ਕਮਲ ਦੇ ਫੁੱਲ ਦੀ ਸੁਗੰਧੀ ਲੈਂਦਾ ਲੈਂਦਾ ਇਹ ਭਵਰਾ ਹੈ ਜਿਹੜਾ ਕਮਲ ਦੇ ਫੁੱਲ ਦੇ ਵਿੱਚ ਬੈਠ ਜਾਂਦਾ ਹੈ। ਤੇ ਜਦੋਂ ਰਾਤ ਹੁੰਦੀ ਹੈ, ਕਮਲ ਦੇ ਫੁੱਲ ਦਾ ਸੁਭਾਅ, ਜਦੋਂ ਸੂਰਜ ਹੁੰਦਾ ਉਦੋਂ ਇਹ ਖਿੜ ਪੈਂਦੇ ਨੇ, ਤੇ ਜਦੋਂ ਰਾਤ ਹੁੰਦੀ ਹੈ ਨਾ, ਉਦੋਂ ਇਹ ਪੰਖੜੀਆਂ ਬੰਦ ਕਰ ਲੈਂਦੇ ਨੇ, ਤੇ ਇਹ ਵਿੱਚ ਹੀ ਬੰਦ ਹੋ ਜਾਂਦਾ ਪੰਖੜੀਆਂ ਦੇ। ਇਸ ਤਰ੍ਹਾਂ ਵਿੱਚ ਹੀ ਮਰ ਜਾਂਦਾ, ਆਪਣੇ ਪ੍ਰਾਣ ਦੇ ਦਿੰਦਾ ਹੈ। ਸੋ ਸੱਚੇ ਸਤਿਗੁਰੂ ਨੇ 4 ਦ੍ਰਿਸ਼ਟਾਂਤ ਦਿੱਤੇ ਨੇ। ਇੱਕ ਮੱਛੀ ਦਾ ਦਿੱਤਾ, ਮੱਛੀ ਹੈ ਜਿਹੜੀ ਪਾਣੀ ਬਿਨਾਂ ਨਹੀਂ ਰਹਿ ਸਕਦੀ। ਇਸੇ ਤਰ੍ਹਾਂ ਗੁਰਸਿੱਖ ਹੈ ਜਿਹੜਾ ਗੁਰੂ ਦੀ ਬਾਣੀ ਤੋਂ ਬਿਨਾਂ ਨਹੀਂ ਰਹਿ ਸਕਦਾ। ਤੇ ਚਾਤਰਿਕ ਹੈ ਜਿਹੜਾ ਇਹ ਚਿੱਤ ਦੇ ਵਿੱਚ ਚਿਤਮਨੀ ਕਰਦਾ ਰਹਿੰਦਾ ਵੀ ਇੱਧਰੋਂ ਵੀ ਬੱਦਲ ਚੜ੍ਹ ਕੇ ਆ ਜਾਣ, ਇੱਧਰੋਂ ਵੀ ਬੱਦਲ ਚੜ੍ਹ ਕੇ ਆ ਜਾਣ। ਉਵੇਂ ਗੁਰਸਿੱਖ ਹੈ ਜਿਹੜਾ ਗੁਰੂ ਦੀ ਸੰਗਤ ਕਰਦਾ ਹੋਇਆ ਚਿਤਮਨੀ ਇਹੀ ਕਰਦਾ ਵੀ ਇਸ ਪਾਸੋਂ ਵੀ ਪ੍ਰਭੂ ਪਰਮਾਤਮਾ ਦੀ ਕਿਰਪਾ ਹੋ ਜਾਏ, ਵਾਹਿਗੁਰੂ ਆਣ ਕੇ ਮੇਰੇ ਮਨ ਦੇ ਵਿੱਚ ਦਰਸ਼ਨ ਦੇ ਦੇਵੇ। ਤੇ ਤੀਜਾ ਜਿਹੜਾ ਹੈ ਉਹ ਦਿੱਤਾ ਆਪਾਂ ਨੂੰ ਮਿਰਗ ਦਾ, ਇਹ ਆਵਾਜ਼ ਸੁਣਦਾ। ਹੁਣ ਗੁਰਸਿੱਖ ਜਿਹੜਾ ਗੁਰਬਾਣੀ ਦੀ ਧੁਨ ਸੁਣ ਕੇ ਨਾ, ਇਹ ਫਿਰ ਇਸੇ ਤਰ੍ਹਾਂ ਮਿਰਗ ਦੀ ਤਰ੍ਹਾਂ ਗੁਰੂ ਚਰਨਾਂ ਦੇ ਨਾਲ ਆਪਣੀ ਪ੍ਰੀਤੀ ਕਰਕੇ ਜੁੜ ਜਾਂਦਾ ਹੈ। ਤੇ ਗੁਰਬਾਣੀ ਦੀ ਜਿਹੜੀ ਸੁਗੰਧੀ ਹੈ ਗਿਆਨ ਵਾਲੀ, ਜਿਵੇਂ ਭਵਰਾ ਆਪਣੇ ਆਪ ਨੂੰ ਕਮਲ ਦੇ ਫੁੱਲ ਦੇ ਵਿੱਚ ਬੰਦ ਕਰ ਲੈਂਦਾ, ਇਸੇ ਤਰ੍ਹਾਂ ਗੁਰਬਾਣੀ ਦੀ ਸੁਗੰਧੀ ਦੇ ਵਿੱਚ ਗੁਰਸਿੱਖ ਨਾ ਇਹ ਬੰਦ ਹੋ ਕੇ ਰਹਿ ਜਾਂਦਾ ਹੈ ਜੀ। ਚਰਨ ਕਮਲ ਰਚੰਤ ਸੰਤ ਹੈ, ਨਾਨਕ ਆਨ ਨ ਰੁਚਤੇ। ਤੇ ਧੰਨ ਗੁਰੂ ਜੀ ਰਹਿਮਤ ਕਰਦੇ ਨੇ, ਇਹ ਸੰਤ, ਇਹਨੂੰ ਅਸੀਂ ਸੰਤ ਕਹਿ ਸਕਦੇ ਹਾਂ ਜਿਹੜਾ ਗੁਰੂ ਦੀ ਸੰਗਤ ਕਰਦਾ ਹੈ, ਗੁਰੂ ਦੀ ਚਿਤਮਨੀ ਦੇ ਵਿੱਚ ਰਹਿੰਦਾ, ਗੁਰੂ ਦੀ ਬਾਣੀ ਦੀ ਧੁਨ ਸੁਣਦਾ ਹੈ, ਤੇ ਗੁਰੂ ਦੀ ਭਗਤੀ ਵਾਲੀ ਪ੍ਰੇਮ ਵਾਲੀ ਸੁਗੰਧੀ ਦੇ ਵਿੱਚ ਆਪਣੇ ਆਪ ਨੂੰ ਕੀਲ ਕੇ ਰੱਖ ਲੈਂਦਾ। ਚਰਨ ਕਮਲ ਰਚੰਤ, ਇਹ ਗੁਰੂ ਦੇ ਚਰਨਾਂ ਕਮਲਾਂ ਦੇ ਨਾਲ ਰਚਿਆ ਗਿਆ ਸੰਤ ਹੈ। ਇਹ ਸੰਤ ਹੈ ਨਾਨਕ ਆਣ ਨਾ ਰੁਚ, ਤੇ ਇਹਦੀ ਰੁਚੀ ਹੈ ਜਿਹੜੀ ਹੋਰ ਕਿਸੇ ਪਾਸੇ ਨਹੀਂ ਜਾਂਦੀ। ਮਨ ਦੀ ਜਿਹੜੀ ਰੁਚੀ ਹੈ ਉਹ ਪ੍ਰਭੂ ਪਰਮਾਤਮਾ ਦੇ ਨਾਲ ਜੁੜੀ ਰਹਿੰਦੀ ਹੈ, ਕਿਸੇ ਹੋਰ ਪਾਸੇ ਨਹੀਂ ਜਾਂਦੀ ਹੈ ਜੀ। ਮੁਖ ਦੇਖਾਓ ਪਲਕ ਛੱਡ, ਆਨ ਨਾ ਡੇਉ ਚਿਤ। ਇਹ ਸੱਚੇ ਸਤਿਗੁਰ ਜੀ, ਮੁਖ ਦਿਖਾਓ ਪਲਕ। ਪਲਕ ਦਾ ਅਰਥ ਹੈ ਅਸੀਂ ਅੱਖ ਨੂੰ ਜਦੋਂ ਝਮਕਦੇ ਹਾਂ, ਸਾਡੀਆਂ ਪਲਕਾਂ ਨੇ ਨਾ, ਇੰਨਾ ਸਮਾਂ ਵੀ ਜੇ ਕਿਤੇ ਤੇਰੇ ਦਰਸ਼ਨ ਹੋ ਜਾਣ, ਜੇ ਤੂੰ ਕਿਤੇ ਮੁਖ ਵਿਖਾ ਦੇਵੇਂ। ਮੁਖ ਦਿਖਾਓ ਪਲਕ, ਹੈ ਮੇਰੇ ਪ੍ਰਭੂ ਪਰਮਾਤਮਾ, ਇੱਕ ਪਲਕ ਜਿਹੜੀ ਝਮਕਣੀ, ਇੰਨਾ ਸਮਾਂ ਜੇ ਤੂੰ ਕਿਤੇ ਮੁਖ ਦਿਖਾ ਦੇਵੇਂ। ਛੱਡ ਆਣ ਨਾ ਡੇਉ ਚਿੱਤ, ਤੇ ਮੈਂ ਉਸ ਨੂੰ ਛੱਡ ਕੇ ਫਿਰ ਚਿੱਤ ਹੋਰ ਕਿਸੇ ਪਾਸੇ ਨਹੀਂ ਜਾਣ ਦਿਆਂਗਾ। ਮੁਖ ਦਿਖਾਓ ਪਲਕ, ਤੇਰੀ ਰਹਿਮਤ ਤੇਰੀ ਕਿਰਪਾ ਹੋ ਜਾਵੇ, ਤੇਰਾ ਮੁਖੜਾ ਦਿਸ ਜਾਵੇ ਪਲਕ ਜਿੰਨਾ ਸਮਾਂ ਵੀ। ਛੱਡ ਆਣ ਨਾ ਡੇਉ ਚਿੱਤ, ਤੇ ਫਿਰ ਮੈਂ ਇਹਨਾਂ ਦਰਸ਼ਨਾਂ ਨੂੰ ਛੱਡ ਕੇ ਕਿਸੇ ਹੋਰ ਪਾਸੇ ਆਪਣੇ ਚਿੱਤ ਨੂੰ, ਆਪਣੇ ਮਨ ਨੂੰ ਨਹੀਂ ਜਾਣ ਦਿਆਂਗਾ ਜੀ। ਜੀਵਨ ਸੰਗਮ ਤਿਸ ਧਣੇ, ਹਰ ਨਾਨਕ ਸੰਤਾ ਮਿਤ। ਤੇ ਜੀਵਨ ਹੈ ਜਿਹੜਾ ਸੰਗਮ ਦਾ ਅਰਥ ਹੁੰਦਾ ਮੇਲ, ਤਿਸ ਧਣੀ, ਉਸ ਪਰਮਾਤਮਾ ਦੇ ਨਾਲ ਮੇਲ ਹੋ ਜਾਵੇ। ਇਸ ਜੀਵਨ ਦੇ ਵਿੱਚ ਇਸ ਤਰ੍ਹਾਂ ਉਸ ਵਾਹਿਗੁਰੂ ਦੇ ਨਾਲ ਸਾਡਾ ਸੰਗਮ ਬਣ ਜਾਵੇ, ਮੇਲ ਹੋ ਜਾਵੇ। ਸੱਚੇ ਸਤਿਗੁਰ ਕਿਰਪਾ ਕਰਦੇ ਨੇ। ਸੰਤਾਂ ਮਿੱਤ, ਜੋ ਅਕਾਲ ਪੁਰਖ ਵਾਹਿਗੁਰੂ ਸੰਤਾਂ ਦਾ ਮਿੱਤਰ ਹੈ, ਜਿਹੜਾ ਹਰੀ ਪਰਮਾਤਮਾ ਸੰਤਾਂ ਦਾ ਮਿੱਤਰ ਹੈ ਜੀ। ਪੌੜੀ ਜਿਉ ਮਛਲੀ ਬਿਨ ਪਾਣੀ ਹੈ, ਕਿਉ ਜੀਵਨ ਪਾਵੈ। ਧੰਨ ਗੁਰੂ ਮਹਾਰਾਜ ਜੀ ਪਾਵਨ ਪੌੜੀ ਦੇ ਅੰਦਰ ਸਾਨੂੰ ਦੱਸਦੇ ਨੇ, ਵੇਖੋ ਜਿਵੇਂ ਮੱਛੀ ਹੈ ਨਾ, ਇਹ ਪਾਣੀ ਤੋਂ ਬਿਨਾ ਆਪਣਾ ਜੀਵਨ ਹੈ ਜਿਹੜਾ ਇਹ ਪ੍ਰਾਪਤ ਨਹੀਂ ਕਰ ਸਕਦੀ। ਇਹਦਾ ਜੀਵਨ ਹੈ ਜਿਹੜਾ ਉਹ ਤਾਂ ਹੀ ਹੈ ਜੇ ਪਾਣੀ ਦੇ ਵਿੱਚ ਰਹਿੰਦੀ ਹੈ ਤਾਂ। ਉਸੇ ਤਰ੍ਹਾਂ ਗੁਰਸਿੱਖ ਹੈ ਜਿਹੜਾ ਦ੍ਰਿਸ਼ਟਾਂਤ ਦਿੱਤਾ ਗੁਰੂ ਮਹਾਰਾਜ ਜੀ ਨੇ ਵੀ ਗੁਰਸਿੱਖ ਹੈ ਜਿਹੜਾ, ਇਹਨੇ ਵੀ ਜੇ ਆਪਣਾ ਉੱਚਾ ਤੇ ਸੁੱਚਾ ਜੀਵਨ ਰੱਖਣਾ ਨਾ, ਤੈਨੂੰ ਗੁਰਬਾਣੀ ਦੇ ਨਾਲ ਜੁੜ ਕੇ ਰਹਿਣਾ ਪਏਗਾ, ਗੁਰੂ ਦੇ ਗਿਆਨ ਦੇ ਨਾਲ ਜੁੜ ਕੇ ਰਹਿਣਾ ਪਏਗਾ, ਪਰਮਾਤਮਾ ਦੇ ਸਿਮਰਨ ਦੇ ਨਾਲ ਜੁੜ ਕੇ ਰਹਿਣਾ ਪਏਗਾ। ਜਿਵੇਂ ਮੱਛੀ ਦਾ ਤੇ ਪਾਣੀ ਦਾ ਮੇਲ ਹੈ,
ਇਸ ਤਰ੍ਹਾਂ ਗੁਰਬਾਣੀ ਦੇ ਨਾਲ ਮੇਲ ਬਣਾ ਕੇ ਰੱਖਣਾ ਪੈਣਾ ਹੈ ਜੀ। ਬੂੰਦ ਵਿਹੂਣਾ ਚਾਤ੍ਰਿਕੋ ਕਿਉ ਕਰ ਤ੍ਰਿਪਤਾਵੈ। ਤੇ ਜਿਹੜੀ ਤ੍ਰਿਪਤਾਈ ਏ ਚਾਤ੍ਰਿਕ ਨੂੰ ਉਹ ਪਾਣੀ ਦੀ ਬੂੰਦ ਦੇ ਨਾਲ ਹੀ ਮਿਲਦੀ ਏ। ਹੁਣ ਵੇਖੋ ਕਿਤਨੇ ਤਲਾਬ ਭਰੇ ਨੇ, ਕਿਤਨੇ ਦਰਿਆ ਨੇ ਇਸ ਧਰਤੀ ਤੇ, ਪਰ ਇਹ ਜਿਹੜਾ ਪਪੀ ਹੈ ਇਹਦੇ ਵਾਸਤੇ ਉਹ ਤੁਸ਼ ਨੇ, ਕਿਸੇ ਵੀ ਕੰਮ ਦੇ ਨਹੀਂ। ਕਿਤਨਾ ਮਣਾ ਮੂੰਹ ਪਾਣੀ ਏ ਤੇ ਇਹ ਫਿਰ ਵੀ ਪਿਆਸਾ ਰਹਿੰਦਾ ਹੈ ਇੱਕ ਸਵਾਂਤੀ ਬੂੰਦ ਤੋਂ ਬਿਨਾ। ਉਸੇ ਤਰ੍ਹਾਂ ਗੁਰੂ ਜੀ ਰਹਿਮਤ ਕਰਦੇ ਨੇ, ਜਿਹੜਾ ਗੁਰਸਿੱਖ ਏ ਉਹਦੀ ਗੁਰੂ ਦੇ ਨਾਲ ਪ੍ਰੀਤ ਹੈ ਜਿਹੜੀ ਉਹ ਇਸ ਤਰ੍ਹਾਂ ਹੋਣੀ ਚਾਹੀਦੀ। ਉਹਨੇ ਆਪਣੇ ਜੀਵਨ ਨੂੰ ਜੇ ਸਵਾਰਨਾ ਹੈ, ਜੇ ਉੱਚਾ ਤੇ ਸੁੱਚਾ ਜੀਵਨ ਬਣਾਉਣਾ ਤੇ ਫਿਰ ਗੁਰਬਾਣੀ ਦੇ ਨਾਲ ਮੱਛੀ ਦੇ ਪਾਣੀ ਦੇ ਮੇਲ ਵਾਲੀ ਗੱਲ ਹੈ ਜਿਹੜੀ ਇਹ ਬਣਾ ਕੇ ਰੱਖਣੀ ਹੈ। ਤੇ ਅੰਦਰ ਜਿਹੜੀ ਇੱਛਾ ਹੈ ਨਾ ਉਸ ਪ੍ਰਭੂ ਪਰਮਾਤਮਾ ਦੇ ਦਰਸ਼ਨਾਂ ਦੀ ਹੋਵੇ। ਜਿਵੇਂ ਸਵਾਂਤੀ ਬੂੰਦ ਦੇ ਲਈ ਪਪੀਆ ਜਿਹੜਾ ਹੈ ਨਾ ਇਹ ਵਿਲਕਦਾ ਰਹਿੰਦਾ ਹੈ, ਇਹ ਕਰਲਾਉਂਦਾ ਰਹਿੰਦਾ ਹੈ। ਇਤਨਾ ਕੁਝ ਹੁੰਦਿਆਂ ਹੋਇਆਂ ਵੀ ਇਹਨੂੰ ਕੇਵਲ ਤੇ ਕੇਵਲ ਸਵਾਂਤੀ ਬੂੰਦ ਹੀ ਪਾਉਂਦੀ ਹੈ। ਉਸੇ ਤਰ੍ਹਾਂ ਗੁਰਸਿੱਖ ਜਿਹੜਾ ਇਸ ਸੰਸਾਰ ਦੇ ਅੰਦਰ ਕਿਤਨੇ ਪ੍ਰਕਾਰ ਦਾ ਕੁਝ ਵੀ ਹੋ ਜਾਵੇ, ਜਿਹੜੇ ਦਰਸ਼ਨ ਨੇ ਸੱਚੇ ਸਤਿਗੁਰ ਦੇ, ਉਹਨਾਂ ਦੀ ਚਾਹਨਾ ਜਿਹੜੀ ਉਹ ਇਸੇ ਤਰ੍ਹਾਂ ਅੰਦਰ ਬਣੀ ਰਵੇ। ਗੁਰੂ ਦੇ ਨਾਮ ਗੁਰੂ ਦੇ ਰਸ ਦੇ ਨਾਲ ਹੀ ਅੰਦਰ ਤ੍ਰਿਪਤ ਹੁੰਦਾ ਹੈ ਜੀ। ਨਾਦ ਤੁਰੰਤ ਕਹਿ ਬੇਦਿਆ ਸਨਮੁਖ ਉੱਠ ਧਾਵੈ। ਤੇ ਹੁਣ ਇਹ ਜਿਹੜਾ ਹਿਰਨੇ ਨੂੰ ਪਤਾ ਹੁੰਦਾ ਵੀ ਮੈਂ ਜਦੋਂ ਸ਼ਿਕਾਰੀ ਦੇ ਅੱਗੇ ਜਾਵਾਂਗਾ ਤੇ ਮੈਨੂੰ ਉਹ ਭਾਈ ਮਾਰੇਗਾ, ਪਰ ਇਹ ਨਾਦ ਤੁਰੰਕ ਹੈ, ਪਰ ਇਹ ਆਵਾਜ਼ ਦੇ ਵਿੱਚ ਵਿੰਨਿਆ ਹੋਇਆ ਆਪਣੇ ਵੈਰੀ ਦੇ ਸਨਮੁਖ ਉੱਠ ਕੇ ਨਾ ਤੇ ਦੌੜ ਪੈਂਦਾ, ਭੱਜ ਪੈਂਦਾ, ਭਾਵ ਉਧਰ ਨੂੰ ਸਿੱਧਾ ਹੋ ਜਾਂਦਾ। ਜਿੰਨੇ ਮਾਰਨਾ ਹੈ ਨਾ ਉਹਦੇ ਤੋਂ ਬਚਣ ਦੇ ਲਈ ਨਹੀਂ ਭੱਜਦਾ, ਉਹਦੇ ਪਾਸ ਜਾਣ ਦੇ ਲਈ ਭੱਜਦਾ। ਉਸੇ ਤਰ੍ਹਾਂ ਜਿਹੜਾ ਗੁਰਸਿੱਖ ਹੈ ਇਹ ਜਦੋਂ ਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਜੁੜ ਜਾਂਦਾ ਹੈ, ਅੰਦਰ ਉਸ ਪਰਮਾਤਮਾ ਦੇ ਨਾਮ ਦੀ ਅਣਹਦ ਧੁਨ ਚੱਲ ਪੈਂਦੀ ਹੈ। ਫਿਰ ਇਹ ਗੁਰਸਿੱਖ ਹੈ ਜਿਹੜਾ ਆਪਣਾ ਜੀਵਨ ਗੁਰੂ ਤੋਂ ਨਿਸ਼ਾਵਰ ਕਰ ਦਿੰਦਾ ਹੈ ਜੀ। ਭਵਰ ਲੋਭੀ ਕੁਸਮ ਬਾਸ ਕਾ ਮਿਲ ਆਪ ਬੰਧਾਵੈ। ਤੇ ਭਵਰਾ ਜਿਹੜਾ ਇਹ ਵੇਖੋ ਕਮਲ ਦੇ ਫੁੱਲ ਦੀ ਸੁਗੰਧੀ ਦੇ ਵਿੱਚ ਆਪਣੇ ਆਪ ਨੂੰ ਬੰਨ੍ਹ ਲੈਂਦਾ ਹੈ। ਕਮਲ ਖਿੜ ਪੈਂਦਾ ਹੈ, ਇਹ ਸੁਗੰਧੀ ਲੈਂਦਾ ਲੈਂਦਾ ਉਹਦੇ ਵਿੱਚ ਮਗਨ ਹੋ ਜਾਂਦਾ। ਇਹਨੂੰ ਪਤਾ ਹੀ ਨਹੀਂ ਲੱਗਦਾ ਕਦੋਂ ਕਮਲ ਦੀਆਂ ਪੰਖੜੀਆਂ ਜਿਹੜੀਆਂ ਬੰਦ ਹੋ ਗਈਆਂ ਨੇ ਤੇ ਵਿੱਚ ਹੀ ਦਮ ਘੁੱਟ ਕੇ ਸਾਹ ਘੁੱਟ ਕੇ ਮਰ ਜਾਂਦਾ ਹੈ। ਭਵਰ ਲੋਭੀ ਕੁਸਮ ਬਾਸਕਾ, ਜਿਵੇਂ ਭੌਰਾ ਲੋਭੀ ਹੁੰਦਾ ਹੈ ਕਮਲ ਦੀ ਸੁਗੰਧੀ ਦਾ, ਇਸੇ ਤਰ੍ਹਾਂ ਗੁਰਸਿੱਖ ਜਿਹੜਾ ਇਹਦੇ ਅੰਦਰ ਵੀ ਲੋਭ ਹੁੰਦਾ ਗੁਰੂ ਦੇ ਗਿਆਨ ਦਾ। ਮਿਲ ਆਪ ਬੰਧਾਵੇ ਤੇ ਗੁਰੂ ਦੇ ਗਿਆਨ ਦੇ ਨਾਲ ਮਿਲ ਕੇ ਫਿਰ ਆਪਣੇ ਮਨ ਨੂੰ ਗੁਰੂ ਚਰਨਾਂ ਦੇ ਵਿੱਚ ਬੰਨ੍ਹ ਕੇ ਰੱਖਦਾ ਹੈ ਜੀ। ਤਿਉ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ ਅਗਾਵੈ। ਗੁਰੂ ਮਹਾਰਾਜ ਜੀ ਨੇ ਕਿਰਪਾ ਕੀਤੀ, ਸਾਰੇ ਦ੍ਰਿਸ਼ਟਾਂਤ ਦਿੱਤੇ ਨੇ। ਸੱਚੇ ਸਤਿਗੁਰ ਆਖਰੀ ਤੁਕ ਦੇ ਵਿੱਚ ਕਹਿੰਦੇ ਨੇ ਇਸੇ ਤਰ੍ਹਾਂ ਹੀ ਜਿਹੜੇ ਸੰਤ ਲੋਕ ਨੇ ਨਾ ਉਹਨਾਂ ਨੂੰ ਹਰੀ ਪਰਮਾਤਮਾ ਦੇ ਨਾਲ ਪ੍ਰੀਤੀ ਏ ਤੇ ਉਹਦੇ ਦਰਸ਼ਨ ਕਰਕੇ ਉਹਦੀ ਪ੍ਰੀਤ ਦੇ ਨਾਲ ਹੀ ਫਿਰ ਆਪਣੇ ਆਪ ਦੇ ਅੰਦਰ ਤ੍ਰਿਪਤੀ ਬਣਾਉਂਦੇ ਨੇ। ਅਗਾਵੇ ਦਾ ਅਰਥ ਹੈ ਰੱਜ ਜਾਣਾ। ਉਸ ਪ੍ਰਭੂ ਪਰਮਾਤਮਾ ਦੇ ਦਰਸ਼ਨਾਂ ਦੇ ਨਾਲ ਹੀ ਮਾਣੇ ਜਿਹੜਾ ਇਹ ਗੁਰਸਿੱਖਾਂ ਦਾ, ਸੰਤਾਂ ਮਹਾਤਮਾ ਦਾ ਇਹ ਤ੍ਰਿਪਤ ਰਹਿੰਦਾ ਹੈ। ਇਤਨੀਆਂ ਕੁ ਬੇਨਤੀਆਂ ਸੰਗਤ ਨੇ ਪ੍ਰਵਾਨ ਕਰਨੀਆਂ। 12 ਪੌੜੀਆਂ ਹੋ ਗਈਆਂ ਨੇ, 8 ਪੌੜੀਆਂ ਰਹਿ ਗਈਆਂ ਨੇ, 20 ਪੌੜੀਆਂ ਨੇ ਇਸ ਵਾਰ ਦੀਆਂ। ਗੁਰੂ ਮਹਾਰਾਜ ਜੀ ਕਿਰਪਾ ਕਰਨਗੇ, ਰਹਿਮਤ ਕਰਨਗੇ। ਇਸੇ ਤਰ੍ਹਾਂ ਹੀ ਸੱਚੇ ਸਤਿਗੁਰ ਗਿਆਨ ਦੀ ਦਾਤ ਬਖਸ਼ਿਸ਼ ਕਰਕੇ, ਤੰਦਰੁਸਤੀ ਬਖਸ਼ਿਸ਼ ਕਰਕੇ ਆਪਣੇ ਦਰ ਘਰ ਦੀ ਸੇਵਾ ਲੈਂਦੇ ਰਹਿਣ। ਦੇਹੋ ਸੱਜਣ ਆਸੀਸੜੀਆ ਜੋ ਹੋਵੇ ਸਾਹਿਬ ਸਿਉ ਮੇਲ।